ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਬਰਾਦ ਮਿਟੇ ਹਰ ਸੇਵਾ। ਚਰਨ ਕਮਲ ਜਾਂ ਕਾ ਮਨ ਰਾਪੈ, ਸੋਗ ਅਗੰਤ ਸਜਾਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨਾ ਫੇੜੈ, ਜਮ ਜੰਦਾਰ ਨ ਆਵੈ ਨੇੜੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ,
ਨਾਨਕ ਉਦਰੇ ਪ੍ਰਭ ਸਰਨਾਈ। ਮੇਰੀ ਬੰਦਨਾ ਗੋਪਾਲ ਰਾਏ ਬੰਦਨਾ, ਮੇਰੀ ਬੰਦਨਾ ਗੋਪਾਲ ਰਾਏ ਬੰਦਨਾ। ਸਾਧ ਸੰਗਤ ਸਾਰੇ ਪ੍ਰੇਮੀ ਬਿਹਾਰਾਂ ਨੂੰ ਛੱਡਦੇ ਹੋਏ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪਹੁੰਚੇ ਹਾਂ। ਆਓ ਦਸਾਂ ਪਾਤਸ਼ਾਹਾਂ ਦਾ ਆਤਮਾ ਪ੍ਰਤੱਖ ਦੇ ਸਾਹਮਣੇ ਪ੍ਰਕਾਸ਼ ਹੈ, ਗਿਆਨ ਦਾ ਸੂਰਜ, ਸ਼ਾਂਤੀ ਦਾ ਭੰਡਾਰ, ਬੰਦਗੀ ਦਾ ਕੇਂਦਰ। ਆਓ ਨਮਸਕਾਰ ਕਰਨੀ ਆ ਆਪਣੇ ਗੁਰੂ ਨੂੰ। ਸਿੱਖ ਦੇ ਅੰਦਰ ਜਦ ਗੁਰੂ ਭਾਵਨਾ ਆ ਜਾਏਗੀ, ਉਹ ਸਿੱਖ ਪੂਰਾ ਨੇਚਾ ਕਰ ਲਵੇ ਬਈ ਮੇਰਾ ਅਖੀਰਲਾ ਜਨਮ ਹੈ, ਹੁਣ ਬਸ ਗਾਹਾਂ ਨੂੰ ਨਹੀਂ ਮੈਂ ਜੰਮਾ ਮਰਾਂਗਾ। ਜੇ ਗੁਰੂ ਭਾਵਨਾ ਨਹੀਂ ਆਈ ਤਾਂ ਸਮਝੋ ਅਗਲਾ ਜਨਮ ਆਵੇਗਾ, ਭਾਵੇਂ ਗੁਰੂ ਵਾਲਾ ਹੀ ਹੋਵੇ। ਆਓ ਜਿੱਥੇ ਤਾਈਂ ਹੋ ਸਕਦਾ ਗੁਰੂ ਭਾਵਨਾ ਲਿਆਉਣੀ ਚਾਹੀਦੀ ਹੈ।
ਜਦ ਇਹ ਗੁਰੂ ਭਾਵਨਾ ਲਿਆਵੇਗਾ ਤਾਂ ਇਹਦਾ ਜਿਹੜਾ ਮੋਖ ਰੂਪੀ ਕਾਰਜ ਆ ਜਿਸ ਵਾਸਤੇ ਮਨੁੱਖਾ ਦੇ ਮਿਲੀ ਹੈ, ਉਹ ਕਾਰਜ ਇਸ ਦਾ ਰਾਸ ਹੋ ਜਾਏਗਾ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ। ਅਵਤਾਰ ਬਹੁਤ ਕਿਸਮ ਦੇ ਆਉਂਦੇ ਨੇ ਦੁਨੀਆ ਦੇ ਵਿੱਚ। ਨਿਤ ਨਵਿਤ ਅੰਸਾ ਵੇਸ਼ਾ ਪੂਰਨ ਤਮ ਪੂਰਨ 6 ਕਿਸਮ ਦਾ ਅਵਤਾਰ ਮੰਨਿਆ ਦੁਨੀਆ 'ਤੇ। ਉਹ ਜਿਹੜਾ ਨਿਰਾਕਾਰ ਪਰਮੇਸ਼ਰ ਆ, ਉਹਦਾ ਤਾਂ ਕੋਈ ਸਰੂਪ ਨਹੀਂ ਨਾ ਹੈ। ਜਿਹਦਾ ਕੋਈ ਬਗੀਚਾ ਲਾਇਆ ਹੁੰਦਾ ਫਿਰ ਉਸ ਦੀ ਸੰਭਾਲ ਕਰਦਾ। ਇਹ ਜਿਹੜੀ ਸ੍ਰਿਸ਼ਟੀ ਹੈ ਪਰਮੇਸ਼ਰ ਨੇ ਰਚੀ ਹੈ, ਫਿਰ ਇਸ ਦੀ ਸੰਭਾਲ ਕਰਦਾ। ਜਦ ਕੋਈ ਫਸਲ ਬੀਜਦਾ ਤਾਂ ਉਸ ਦੇ ਵਿੱਚ ਹੋਰ ਵੀ ਵੇਲ ਆਦਿਕ ਪੈਦਾ ਹੋ ਜਾਂਦੀ ਹੈ। ਉਸ ਨੂੰ ਫਿਰ ਉਹ ਕੱਢ ਕੇ ਪਿਓਰ ਜਿਹੜਾ ਹੈ ਉਸ ਨੂੰ ਫਿਰ ਚੰਗਾ ਫਲ ਲੱਗਦਾ। ਇਸੇ ਤਰ੍ਹਾਂ ਪਰਮੇਸ਼ਰ ਦੀ ਸ੍ਰਿਸ਼ਟੀ ਰਚੀ ਹੋਈ ਹੈ। ਜਦ ਵਿੱਚ ਐਸੇ ਲੋਕ ਪਰਮੇਸ਼ਰ ਤੋਂ ਭੁੱਲ ਜਾਂਦੇ ਹਨ, ਪਰਮੇਸ਼ਰ ਤੋਂ ਮੁਨਕਰ ਹੋ ਜਾਂਦੇ ਨੇ, ਕਹਿੰਦੇ ਨੇ ਪਰਮੇਸ਼ਰ ਤਾਂ ਹੈ ਹੀ ਨਹੀਂ। ਜੇ ਪਰਮੇਸ਼ਰ ਹੋਵੇ ਤਾਂ ਦਿਸੇ ਨਾ ਸਾਹਮਣੇ, ਅਸੀਂ ਜੀਨੇ ਹਾਂ। ਦਿਸਦਾ ਵੀ ਹੈ ਭਾਵਨਾ ਵਾਲਿਆਂ ਨੂੰ ਦਿਸੇਗਾ। ਜਿਹਦੀ ਗੁਰੂ ਭਾਵਨਾ ਨਾ, ਉਸ ਨੂੰ ਪਰਮੇਸ਼ਰ ਸਾਖਸ਼ਾਤ ਦਿਸੇਗਾ, ਪ੍ਰਕਾਸ਼ ਹੋਇਆ ਹੋਇਆ ਸਾਹਮਣੇ। ਜਿਹਦੀ ਓਪਰੀ ਭਾਵਨਾ, ਗੁਰੂ ਤਾਂ ਮੰਨਦਾ, ਠੀਕ ਹੈ, ਗੁਰੂ ਤਾਂ ਮੰਨਣਾ ਹੀ ਚਾਹੀਦਾ। ਜਦ ਹੌਲੀ ਹੌਲੀ ਮੰਨਣ ਲੱਗ ਗਿਆ ਤਾਂ ਉਹ ਸਟੇਜ 'ਤੇ ਵੀ ਚਲਿਆ ਜਾਵੇਗਾ। ਪਰ ਗੁਰੂ ਭਾਵਨਾ ਬਗੈਰ ਇਹਦਾ ਛੁਟਕਾਰਾ ਨਹੀਂ ਹੋਣਾ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਨਿਰਾਕਾਰ ਪਰਮੇਸ਼ਰ ਨੇ ਸੋਚਿਆ ਬਈ ਦੁਨੀਆ ਦੇ ਵਿੱਚ ਧਰਮ ਫੈਲ ਗਿਆ। ਧਰਮ ਹੈ ਜਿਹੜਾ ਉਹ ਮੱਛਿਆ ਦੀ ਰਾਤ ਮੰਗਣ ਅਲੋਪ ਹੋ ਗਿਆ। ਝੂਠ ਹੈ ਜਿਹੜਾ, ਕੂੜ ਹੈ, ਜ਼ੁਲਮ ਹੈ ਜਿਹੜਾ ਦੁਨੀਆ ਦੇ ਵਿੱਚ ਚੰਦਰਮਾ ਜਿਸ ਤਰ੍ਹਾਂ ਪੂਰਨਵਾਸ਼ੀ ਦਾ ਹੁੰਦਾ ਐਂ ਚਮਕਦਾ। ਹੁਣ ਇਸ ਨੂੰ ਦੂਰ ਕਰਨਾ, ਜਿਹਾ ਜਿਹਾ ਸਮਾਂ ਹੁੰਦਾ ਪਰਮੇਸ਼ਰ ਉਹ ਜਿਹਾ ਫਿਰ ਸਰੂਪ ਉਤਾਰ ਲੈਂਦਾ, ਨਿਰਗੁਣ ਤੋਂ ਸਰਗੁਣ ਹੋ ਜਾਂਦਾ। ਇਹ ਕਈ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਸਾਧ ਸੰਗਤ। ਜਿਹੜਾ ਕੋਈ ਰਾਜਾ ਹੁੰਦਾ ਨਾ, ਚੱਕਰਵਰਤੀ, ਉਹਦੇ ਕੋਲ ਅਹਿਲਕਾਰ ਵੀ ਹੁੰਦੇ ਹਨ, ਉਹ ਆਪ ਵੀ ਹੁੰਦਾ। ਕਿਸੇ ਇਲਾਕੇ ਦੇ ਵਿੱਚ ਐਫਤਰੀ ਫੈਲ ਜਾਵੇ, ਰਗੜਾ ਝਗੜਾ ਹੋ ਜਾਵੇ, ਜੇ ਉਹ ਦੇਖਦਾ ਰਾਜਾ ਵੀ ਮੇਰੀ ਜਾਣ ਦੀ ਤਾਂ ਉੱਥੇ ਕੋਈ ਲੋੜ ਨਹੀਂ ਹੈ, ਕਿਸੇ ਅਹਿਲਕਾਰ ਨੂੰ ਘੱਲ ਦਿੰਦੇ ਆ। ਫਿਰ ਉਹ ਅਹਿਲਕਾਰ ਨੂੰ ਕਰ ਦਿੰਦਾ, ਉਹ ਠੀਕ ਕਰ ਦਿੰਦਾ ਆ ਕੇ। ਬਾਜੀ ਕਲਹਿ ਜਿਹਾ ਸਮਾਂ ਵੀ ਆ ਜਾਂਦਾ, ਫਿਰ ਰਾਜੇ ਨੂੰ ਆਪ ਆਉਣਾ ਪੈਂਦਾ। ਰਾਜਾ ਆਪ ਆ ਕੇ ਫਿਰ ਉਸ ਕੰਮ ਨੂੰ ਠੀਕ ਕਰਦਾ। ਉਹ ਅਹਿਲਕਾਰ ਉਸੇ ਦੇ ਹੁਕਮ 'ਚ ਆਉਂਦੇ ਨੇ ਜਿਹੜੇ ਆਉਂਦੇ ਨੇ। ਬਹੁਤ ਕਿਸਮ ਦੇ ਅਵਤਾਰ ਹੁੰਦੇ ਨੇ। ਜਦ ਦੇਖਿਆ ਵੀ ਹੁਣ ਇਹ ਜਿਹੜੀ ਪ੍ਰੋਬਲਮ ਹੈ ਇਹ ਠੀਕ ਨਹੀਂ ਹੋਵੇਗੀ, ਹੁਣ ਮੈਨੂੰ ਆਪ ਜਾਣਾ ਪਵੇਗਾ। ਫਿਰ ਨਿਰਗੁਣ ਤੋਂ ਸਰਗੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਏ। ਸਾਧ ਸੰਗਤ ਦੱਸਦੇ ਨੇ ਵੀ ਰਾਮ ਚੰਦਰ ਜੀ ਤ੍ਰੇਤੇ ਦੇ ਵਿੱਚ ਹੋਏ ਨੇ ਨਿਮਿਤਕ ਅਵਤਾਰ। ਉਹਨਾਂ ਦਾ ਕੰਮ ਸੀ ਰੌਣ ਕੁੰਭਕਰਨ ਆਦਿਕ ਜਿਹੜੇ ਰਾਜੇ ਦੁਨੀਆ ਨੂੰ ਤੰਗ ਕਰਦੇ ਸਨ, ਗਰੀਬਾਂ ਨੂੰ, ਉਹਨਾਂ ਨੂੰ ਮਾਰਨਾ ਸੀ ਬਸ। ਕ੍ਰਿਸ਼ਨ ਭਗਵਾਨ ਜੀ ਤ੍ਰੇਤੇ ਦੇ ਵਿੱਚ ਹੋਏ ਹਨ।
16 ਕਲਾ ਸੰਪੂਰਨ ਸਨ। ਕਲਾ ਇੱਕ ਸ਼ਕਤੀ ਹੁੰਦੀ ਹੈ ਜਿਹਨੂੰ ਕਲਾ ਕਹਿੰਦੇ ਨੇ। ਮੁਸਲਮਾਨ ਉਸ ਨੂੰ ਨੂਰ ਕਹਿੰਦੇ ਨੇ, ਨੂਰ। ਇਉਂ ਇਹ ਦੁਨੀਆ ਦੇ ਭਲੇ ਵਾਸਤੇ ਉਹਨਾਂ ਨੇ ਕੰਸ ਨੂੰ ਹੋਰ ਨਿਆਈ ਰਾਜਿਆਂ ਨੂੰ ਮਾਰਨਾ ਸੀ, ਉਹ ਨਿਮਿਤ ਸੀ ਉਹਨਾਂ ਦਾ। ਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਨਿਰਾਕਾਰ ਤੋਂ ਸਰਗੁਣ ਹੋਏ ਸਨ। ਗੁਰੂ ਸਾਹਿਬ ਬਾਰੇ ਕਥਨ ਕੀਤਾ, ਅਨੰਤ ਕਲਾ ਠਾਕਰ ਹੋਏ ਚੜ੍ਹਿਆ। ਜਿਤਨੀਆਂ ਕਲਾ ਨੇ, ਠਾਕਰ ਕਹਿੰਦੇ ਨੇ ਨਿਰਾਕਾਰ ਪਰਮੇਸ਼ਰ ਨੂੰ। ਜਿੰਨੀਆਂ ਕਲਾ ਨੇ ਦੁਨੀਆ ਦੀਆਂ, ਸਾਰੀ ਸ਼ਕਤੀ ਇਹ ਨਿਰਗੁਣ ਵਾਹਿਗੁਰੂ ਦੇ ਵਿੱਚੋਂ ਨਿਕਲਦੀ ਹੈ। ਆਓ ਨਿਰਗੁਣ ਵਾਹਿਗੁਰੂ ਸਰਗੁਣ ਸਰੀਰ ਧਾਰਨ ਕਰ ਲਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਜਿਤਨਾ ਚਿਰ ਨਿਰਗੁਣ ਤੇ ਸਰਗੁਣ ਨਹੀਂ ਹੁੰਦਾ ਤਾਂ ਫਿਰ ਉਹ ਜਿਹੜਾ ਨਿਰਗੁਣ ਵਾਹਿਗੁਰੂ ਉਸ ਨੂੰ ਕੋਈ ਜਣਾ ਨਹੀਂ ਸਕਦਾ। ਉਹ ਤਾਂ ਨਿਮਿਤਕ ਅਵਤਾਰ ਆਏ ਸਨ, ਥੋੜ੍ਹੇ ਹੀ ਭਗਤ ਹੋਏ ਨੇ ਉਹਨਾਂ ਦੇ, 2-4 ਕਈ ਵੱਧ ਨਹੀਂ ਹੋਏ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਰੇ ਦੱਸਿਆ, ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ। ਕਹਿੰਦੇ ਅਸਮਾਨ ਦੇ ਵਿੱਚ ਜੋ ਸਿਤਾਰੇ ਹਨ, ਜੋਸਤੀ ਲੋਕ ਜੋਸਤ ਵਿਦਿਆ ਦੁਆਰਾ ਉਹਨਾਂ ਨੂੰ ਗਿਣ ਸਕਦੇ ਨੇ, ਹਿਸਾਬ ਦੇ ਵਿੱਚ ਲਿਆ ਸਕਦੇ ਨੇ। ਪਰ ਜਿਤਨੇ ਆਦਮ ਜੀਵ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਰੇ ਨੇ। ਤਾਰਨ ਦਾ ਅਰਥ ਕੀ ਹੈ? ਤਾਰਨ ਦਾ ਅਰਥ ਆ ਵੀ ਜਿਹੜਾ ਇਹ ਜੀਵ ਪਰਮੇਸ਼ਰ ਤੋਂ ਵਿਛੜ ਗਿਆ ਨਾ, ਇਸ ਨੂੰ ਪਰਮੇਸ਼ਰ ਦੇ ਵਿੱਚ ਮਿਲਾ ਦੇਣਾ, ਇਸ ਨੂੰ ਕਹਿੰਦੇ ਨੇ ਤਾਰੇ। ਕਹਿੰਦੇ ਇਤਨੇ ਜੀਵ ਤਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕੋਈ ਗਿਣਤੀ ਨਹੀਂ ਕਰ ਸਕਦਾ। ਗਿਣਤੀ ਤਾਂ ਕਰ ਸਕੇ ਕੋਈ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਲੋਕ 'ਚ ਰਹੇ ਹੋਣ। ਇਹ ਜਿਹੜੇ ਅਵਤਾਰ ਹੋਏ ਨੇ, ਜਿੱਥੇ ਹੋਏ ਨੇ ਉੱਥੇ ਹੀ ਰਹੇ ਨੇ, ਹੋਰ ਨਹੀਂ ਗਏ ਕਿਤੇ। ਰਾਮ ਚੰਦਰ ਜੀ ਅਯੁੱਧਿਆ ਦੇ ਵਿੱਚ ਰਹੇ, 12 ਸਾਲ ਬਣਵਾਸ ਕੱਟਿਆ, ਫਿਰ ਅਯੁੱਧਿਆ ਦੇ ਵਿੱਚ ਹੀ ਆ ਗਏ। ਕ੍ਰਿਸ਼ਨ ਭਗਵਾਨ ਜੀ ਇਸੇ ਤਰ੍ਹਾਂ ਹੀ ਦੁਆਰਕਾ ਦੇ ਵਿੱਚ ਅਵਤਾਰ ਹੋਇਆ, ਦੁਆਰਕਾ ਦੇ ਵਿੱਚ ਹੀ ਰਹੇ ਸਾਧ ਸੰਗਤ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਪੰਜਾਬ ਦੇ ਵਿੱਚ ਨਹੀਂ ਰਹੇ ਹਨ। ਤੁਸੀਂ ਜਰਾ ਦੀਰਘ ਦ੍ਰਿਸ਼ਟੀ ਨਾਲ ਵਿਚਾਰ ਕਰਕੇ ਦੇਖੋ, ਐਨ ਸਹੀ ਗੱਲ ਟੁਕੇਗੀ ਵੀ ਉਹਨਾਂ ਦੇ ਤਾਰਿਆਂ ਹੋਇਆਂ ਨੂੰ ਕੋਈ ਗਿਣ ਨਹੀਂ ਸਕਦਾ। ਤਾਂ ਹੀ ਦੱਸਿਆ ਨਾ ਵੀ ਆਇਆ ਬਾਬਾ ਨਾਨਕ ਜਗ ਤਾਰਣੇ ਨੂੰ। ਪੜ੍ਹੋ ਪ੍ਰੇਮ ਨਾਲ, 3 ਹਿੱਸਿਆਂ ਦੇ ਵਿੱਚ ਬੋਲਣਾ। ਬੀਬੀਆਂ ਕਿਰਪਾ ਕਰਕੇ ਜਿਹੜੇ ਬੱਚੇ ਭੱਜੇ ਫਿਰਦੇ ਨੇ ਨਾ, ਜਾਂ ਕੋਈ ਸੇਵਾਦਾਰ ਬੱਚੇ ਹੁੰਦੇ ਨੇ, ਮੂੜ ਵਾਸਤਾ ਇਹਨਾਂ ਨੂੰ ਪਤਾ ਨਹੀਂ ਹੁੰਦਾ ਹੈ, ਚੁੱਪ ਰੱਖਣਾ ਚਾਹੀਦਾ। ਇਤਨੀ ਸ਼ਾਂਤੀ, ਕੋਈ ਰੌਲਾ ਗੋਲਾ। ਦੇਖੋ ਕਿਸ ਤਰ੍ਹਾਂ ਆਨੰਦ ਆਵੇਗਾ। ਠੀਕ ਹੈ, ਬੱਚਿਆਂ ਬਿਨਾਂ ਸਰਦਾ ਨਹੀਂ, ਬੱਚੇ ਨਿਸ਼ਾਨ ਆ, ਪਰ ਆਹ ਜਗ੍ਹਾ ਜਿਹੜੀ ਇਹ ਤਾਂ ਸ਼ਾਂਤੀ ਵਾਲੀ ਹੈ। ਪੜ੍ਹੋ ਪ੍ਰੇਮ ਦੇ ਨਾਲ। ਆਇਆ ਬਾਬਾ ਨਾਨਕ ਜਗ ਤਾਰਨੇ ਨੂੰ, ਆਇਆ ਬਾਬਾ ਨਾਨਕ ਜਗ ਤਾਰਨੇ ਨੂੰ, ਆਇਆ ਬਾਬਾ ਨਾਨਕ ਜਗ ਤਾਰਨੇ ਨੂੰ, ਆਇਆ ਬਾਬਾ ਨਾਨਕ ਜਗ ਤਾਰਨੇ। ਬੋਲੋ ਖੁੱਲ੍ਹ ਕੇ।
ਜਿਤਨੇ ਅਵਤਾਰ ਭਗਤ ਹੋਏ ਹਨ ਕਬੀਰ ਸਾਹਿਬ ਜੀ, ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਹੋਏ ਹਨ। ਦੱਸਦੇ ਨੇ ਵੀ ਉਹਨਾਂ ਦੀ ਸੰਗਤ ਕਰਕੇ 7 ਕਰੋੜ ਜੀਵ ਤਰ ਗਿਆ। ਇਹ ਤਾਂ ਆ ਗਈ ਨਾ ਗਿਣਤੀ, ਪਰ ਜਿਤਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਰੇ ਨੇ ਕੋਈ ਗਿਣ ਨਹੀਂ ਸਕਦਾ। ਇਤਨੀ ਪਹੁੰਚ ਹੀ ਨਹੀਂ ਆਏ ਸਥੂਲ ਸਰੀਰ ਦੀ, ਕਿ ਸਥੂਲ ਸਰੀਰ ਹੈ ਇਸ ਦੀ ਤਾਂ ਹੱਦ ਹੈ। ਮਾਤ ਲੋਕ ਨੂੰ ਛੱਡ ਕੇ ਉਤਲੇ ਲੋਕਾਂ 'ਚ ਕਿਵੇਂ ਚਲਿਆ ਜਾਵੇਗਾ? ਕਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਦੁਨੀਆ ਨੂੰ ਤਾਰਦੇ ਸਨ, ਕਿਵੇਂ ਇਹ ਲਿਖ ਦੇਵੇਗਾ? ਉਹ ਮਹਾਰਾਜ ਜੀ ਦਾ 7 ਦੀਪਾਂ ਨਵਾਂ ਖੰਡਾਂ ਦੇ ਵਿੱਚ ਸਮੇਤ ਸਰੀਰ ਦੇ ਫਿਰਦੇ ਸਨ। ਭਾਈ ਬਾਲਾ ਤੇ ਮਰਦਾਨਾ ਸਾਥੀ ਸਨ। ਆਹ ਹੋਰ ਅਵਤਾਰ ਕੋਈ ਐਂ ਫਿਰਦਾ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕਿਤੇ ਨਹੀਂ ਮਿਲੇਗਾ। ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨਿਰਗੁਣ ਤੋਂ ਸਰਗੁਣ ਹੋਏ ਸਨ। ਸਾਰੇ ਰਾਜ ਹੈ ਨਿਰਗੁਣ ਦਾ। ਜਦੋਂ ਸਰਗੁਣ ਸਰੀਰ ਧਾਰਨ ਕਰ ਲਿਆ ਉਹ ਸਾਰੇ ਉਹ ਫਿਰ ਸਕਦਾ। ਇਉਂ ਸਾਧ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਜਾਣੀ ਅਨੰਤ ਕਲਾ ਠਾਕੁਰ ਹੋਏ ਚੜ੍ਹਿਆ। ਕਲਾ ਦਾ ਸਮੁੰਦਰ ਜਿਹਦੇ ਤੋਂ ਸਾਰੀ ਦੁਨੀਆ ਸ਼ਕਤੀ ਭਗਤੀ ਜੋ ਕੁਛ ਵੀ ਨਿਕਲਿਆ ਇਹ ਨਿਰਗੁਣ ਵਾਹਿਗੁਰੂ ਦੇ ਵਿੱਚੋਂ ਨਿਕਲਿਆ। ਉਸੇ 'ਚ ਹੀ ਸਮਾ ਜਾਣਾ ਅਖੀਰ ਦੇ ਵਿੱਚ। ਇਉਂ ਦੁਨੀਆ ਦਾ ਭਲਾ ਕਰਦੇ ਰਹੇ, ਬਹੁਤ ਦੁਨੀਆ ਨੂੰ ਤਾਰਿਆ। ਅਖੀਰ 'ਚ ਫਿਰ ਕਰਤਾਰਪੁਰ ਆ ਕੇ ਠਹਿਰੇ, ਉੱਥੇ ਜਗ੍ਹਾ ਬਣਾ ਲਈ, ਗੁਰਦੁਆਰਾ ਬਣਾ ਲਿਆ। ਖੇਤੀ ਸਿੱਖਾਂ ਤੋਂ ਕਰਾਉਣ ਲੱਗ ਗਏ, ਲੰਗਰ ਸ਼ੁਰੂ ਕਰ ਦਿੱਤਾ ਜੋ ਗੁਰੂ ਘਰ ਦੀ ਮਰਜ਼ਾਦਾ ਹੈ। ਲੰਗਰ ਦੀ ਬਹੁਤ ਮਹੱਤਤਾ ਦੱਸੀ ਹੈ ਗੁਰੂ ਘਰ ਦੇ ਵਿੱਚ ਸਾਧ ਸੰਗਤ। ਉਹ ਜਿੰਨੀਆਂ ਸ਼ਕਤੀਆਂ ਸਿੱਖਾਂ ਦੇ ਵਿੱਚ ਹੋਈਆਂ ਉਹ ਗੁਰੂ ਘਰ ਦੀ ਸੇਵਾ ਕਰਨ ਸੇ ਹੋਈਆਂ। ਹੁਣ ਕੋਈ ਸੇਵਾ ਕਰਕੇ ਦੇਖ ਲਓ, ਹੁਣ ਸੇਵਾ ਕਰਕੇ ਦੇਖ ਲਓ, ਸੇਵਾ ਨੇ ਅਸੂਲ ਨਹੀਂ ਬਦਲਿਆ ਹੈ।
ਜੋ ਸੇਵਾ ਦੀ ਤਾਕਤ ਆ ਉਸੇ ਤਰ੍ਹਾਂ ਹੀ ਹੈ। ਫਰਕ ਪੈ ਗਿਆ ਆਪਣੇ ਵਿੱਚ, ਫਰਕ ਆਪਣੇ ਵਿੱਚ ਪੈ ਗਿਆ। ਜਿਵੇਂ ਸੇਵਾ ਉਹ ਗੁਰਸਿੱਖ ਕਰਦੇ ਹੁੰਦੇ ਸਨ ਨਾ, ਉਹ ਆਪਾਂ ਉਹ ਸੇਵਾ ਕਰਦੇ ਨਹੀਂ, ਆਪਣੇ 'ਚ ਹਉਂ ਆ ਗਈ। ਹਉਂ ਹੈ ਜਿਹੜੀ ਨਾ, ਇਹ ਨਹੀਂ ਇਸ ਆਦਮੀ ਨੂੰ ਕੁਛ ਕਰਨ ਦਿੰਦੀ। ਦੱਸਦੇ ਨੇ ਵੀ ਜਦ ਇਹ ਨਿਰਹੰਕਾਰ ਹੋ ਕੇ ਸੇਵਾ ਕਰੇਗਾ ਨਾ, ਜਿਹੜਾ ਸੂਖਮ ਕਾਨੂੰਨ ਆ ਪਰਮੇਸ਼ਰ ਦਾ, ਉਹ ਫਿਰ ਇਸ 'ਤੇ ਲਾਗੂ ਹੋਵੇਗਾ। ਜਦ ਇਹ ਹਉਂ ਸਹਿਜ ਸੇਵਾ ਕਰਦਾ ਤਾਂ ਫਿਰ ਸਥੂਲ ਕਾਨੂੰਨ ਲਾਗੂ ਹੋਵੇਗਾ। ਇਸ ਨੂੰ ਕਹਿਣ ਲੱਗਣਗੇ ਜੀ ਇਹ ਬੜੀ ਸੇਵਾ ਕਰਦਾ, ਇਹ ਵੀ ਲੱਗ ਜਾਏਗਾ ਨਾਲ ਹੀ, ਬਈ ਮੈਂ ਬਹੁਤ ਸੇਵਾ ਕਰਦਾ, ਆਹ ਕਰਦਾ, ਬਾਹ ਕਰਦਾ। ਉਹ ਸਾਰਾ ਨਿਸਫਲ ਚਲਿਆ ਜਾਵੇਗਾ। ਉਹ ਜਿਹੜੀ ਤਾਕਤ ਆ ਨਾ ਸੇਵਾ ਦੀ, ਉਹ ਨਹੀਂ ਆਵੇਗੀ ਇਸ ਦੇ ਅੰਦਰ। ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਦੇਖੋ ਕਿਤਨੀ 36 ਸਾਲ ਤਪੱਸਿਆ ਕੀਤੀ ਭੋਰੇ ਦੇ ਵਿੱਚ ਬੈਠ ਕੇ, ਹਾਲਾਂਕਿ ਗੁਰੂ ਸਨ, ਫਿਰ ਵੀ ਇਤਨੀ ਕਠਿਨ ਤਪੱਸਿਆ ਕਰੀ। ਅਸੀਂ ਕਹਿੰਦੇ ਹਾਂ ਸਾਨੂੰ ਊਂ ਹੀ ਬਸ ਤੁਰਿਆ ਜਾਂਦੇ, ਉਹਨੂੰ ਮਿਲ ਜਾਵੇ ਸਭ ਕੁਛ। ਐ ਨਹੀਂ ਮਿਲਣਾ ਗੁਰਮੁਖੋ, ਇਹ ਤਾਂ ਬਹੁਤ ਜਨਮਾਂ ਦਾ ਅਰਸਾ ਜਦ ਪਰਮੇਸ਼ਰ ਨੂੰ ਮਿਲਣਾ। ਕਹਿੰਦੇ ਨਾ ਕਈ ਲੋਕ ਜੀ ਸਾਨੂੰ ਪਰਮੇਸ਼ਰ ਦਿਖ ਜਾਵੇ। ਪਰਮੇਸ਼ਰ ਦਾ ਜਦ ਦਿਖੇਗਾ ਜਦ ਤੂੰ ਨਾਸ ਹੋ ਜਾਵੇਂਗਾ, ਜਦ ਪਰਮੇਸ਼ਰ ਨੇ ਮਿਲਣਾ। ਰਵਿਦਾਸ ਜੀ ਨੇ ਲਿਖਿਆ ਨਾ ਬਾਣੀ ਦੇ ਅੰਦਰ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦ ਕਹਿੰਦਾ ਮੈਨੂੰ ਚੱਕੀ ਫਿਰਦੀ ਸੀ, ਜਦ ਮੈਂ ਮਿਟਾ ਦਿੱਤੀ ਫਿਰ ਤੂੰ ਹੀ ਦਿਖਣ ਲੱਗ ਗਿਆ। ਸਾਰੇ ਦਿਖਣ ਲੱਗ ਜਾਂਦਾ। ਪੜ੍ਹੋ ਪ੍ਰੇਮ ਨਾਲ, ਪਹਿਲਾਂ ਨਹੀਂ ਦਿਖੇਗਾ।
ਦੱਸਿਆ ਵੀ ਜਿੰਨਾ ਚਿਰ ਇਸ ਦੀ ਹੰਗਤਾ ਤੇ ਮਮਤਾ ਨਹੀਂ ਦੂਰ ਹੁੰਦੀ ਤਾਂ ਇਸ ਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਣਗੇ। ਪਰਮੇਸ਼ਰ ਦੇ ਦਰਸ਼ਨ ਸਾਧ ਸੰਗਤ बहुत कारणा से प्राप्त होते हैं। और बाबा करण सिंह महाराज जी होती मरदान वाले उत्थे बहुत घोर तपस्या करते ने। बहुत फौजी सिंह जुगतियां उतकियां पुछ के अपना जन्म सफला करते हैं। एक कोई फौजी सिंह ਉਹ ਕਿਹਾ ਕਰੇ ਮਹਾਰਾਜ ਜੀ ਮੈਂ ਪਰਮੇਸ਼ਰ ਦੇ ਦਰਸ਼ਨ ਕਰਨੇ ਨੇ। ਕਹਿੰਦੇ ਵੀ ਤੂੰ ਪਰਮੇਸ਼ਰ ਦੀ ਬੰਦਗੀ ਕਰੀ ਜਾ, ਆਪੇ ਹੀ ਟਾਈਮ ਆ ਜਾਏਗਾ, ਦਰਸ਼ਨ ਹੋ ਜਾਣਗੇ। ਨਾਲੇ ਕਹਿਣ ਲੱਗੇ ਜਿਹੜੇ ਬਾਝ ਦਰਸ਼ਨ ਨੇ ਪਰਮੇਸ਼ਰ ਦੇ ਉਹ ਵਿਛੜ ਜਾਂਦੇ ਨੇ, ਹਮੇਸ਼ਾ ਨਹੀਂ ਰਹਿੰਦੇ ਹਨ। ਤੂੰ ਪਰਮੇਸ਼ਰ ਦੀ ਬੰਦਗੀ ਕਰ, ਤੈਨੂੰ ਅੰਤਰਾਤਮੇ ਪਰਮੇਸ਼ਰ ਦਾ ਜਦ ਸਾਖਿਆਤ ਹੋ ਜਾਏਗਾ ਫਿਰ ਉਹ ਵਿਛੜੇਗਾ ਨਹੀਂ। ਖੈਰ ਉਹ ਜਦ ਵੀ ਜਾਇਆ ਕਰੇ ਇਹੀ ਅਰਜ਼ ਕਰਿਆ ਕਰੇ। ਮਹਾਰਾਜ ਕਹਿਣ ਲੱਗੇ ਪ੍ਰੇਮੀਆਂ ਇਹ ਗੱਲ ਦਾ ਹੱਠ ਨਹੀਂ ਕਰੀਦਾ ਹੁੰਦਾ, ਤੂੰ ਪਰਮੇਸ਼ਰ ਦੀ ਬੰਦਗੀ ਕਰੀ ਚੱਲ। ਕਹਿਣ ਲੱਗਾ ਨਹੀਂ ਜੀ ਮੈਨੂੰ ਤਾਂ ਦਰਸ਼ਨ ਕਰਾਓ ਪਰਮੇਸ਼ਰ ਕਿਹਾ ਜਾਂਦਾ। ਹੁਣ ਪਰਮੇਸ਼ਰ ਦੇ ਸਰੂਪ ਬਹੁਤ ਨੇ, ਹੁਣ ਪਰਮੇਸ਼ਰ ਦਾ ਜਿਹੜਾ ਸਰੂਪ ਦੇਖਣਾ ਹੈ ਤਦ ਦੇਖਿਆ ਜਾਂਦਾ। ਇਹ ਆਪਣਾ ਆਪਾ ਮਿਟਾ ਦੇਗਾ, ਨਹੀਂ ਤਾਂ ਫਿਰ ਦੇਖ ਹੀ ਨਹੀਂ ਸਕਦਾ ਹੈ। ਕਹਿ ਸੰਤ ਮਹਾਰਾਜ ਕਹਿਣ ਲੱਗੇ ਵੀ ਹੁਣ ਛੁੱਟੀ ਜਾਵੇਂਗਾ ਨਾ, ਆਪਣੇ ਪਿੰਡ ਜਿਹੜਾ ਤੁਹਾਡੇ ਸੂਆ ਨਾ ਸੂਆ, ਉਸ ਦੇ ਕਿਨਾਰੇ ਬੈਠ ਕੇ ਤੂੰ ਭਜਨ ਕਰਿਆ ਕਰੇਗਾ, ਉੱਥੇ ਤੈਨੂੰ ਪਰਮੇਸ਼ਰ ਆ ਕੇ ਦਰਸ਼ਨ ਦਊਗਾ। ਬਹੁਤ ਕੁਛ ਹੋਇਆ ਵੀ ਹੁਣ ਪਰਮੇਸ਼ਰ ਦੇ ਦਰਸ਼ਨ ਹੋਣਗੇ। ਚਲਿਆ ਗਿਆ ਚਾਈ ਚਾਈ, ਬੈਠਦਾ ਤਾਂ ਪਹਿਲਾਂ ਵੀ ਸੀ 2 ਵਜੇ। ਜਿਹੜਾ ਸਿੱਖਾ ਜੀ ਨੇ ਕੋਈ ਵਸਤੂ ਪ੍ਰਾਪਤ ਕਰਨੀ ਹੈ ਉਸ ਦਾ ਵੀ ਨਿਤਨੇਮ ਹੁੰਦਾ। ਦੇਖਿਆ ਨਿਤਨੇਮ ਇੱਥੇ ਹੁਣ ਲੋਕਾਂ ਦਾ, ਆ ਜਿਹੜੀਆਂ ਗੋਰੀਆਂ ਨੇ ਨਾ ਇਹ ਭੱਜੀਆਂ ਜਾਂਦੀਆਂ ਨੇ ਨਾਲੇ ਖਾਂਦੀਆਂ ਜਾਂਦੀਆਂ ਨੇ। ਕਿਉਂ ਜਾਂਦੇ ਨੇ? ਗਾਹਾਂ ਮੂਹਰੇ ਫਰਮ ਵਾਲੇ ਨਹੀਂ ਬਣਨ ਦਿੰਦੇ, ਫਿਰ ਤਾਂ ਹੀ ਜਾਂਦੇ ਨਾ ਭੱਜੀਆਂ ਇਹ ਵੀ ਫਿਰ ਪੌਂਡ ਨਹੀਂ ਮਿਲਣੇ। ਹਾਂ ਹੁਣ ਇੱਥੇ ਕਹਿੰਦੇ ਨੇ ਪਿਆਂ ਨੂੰ ਹੀ ਰੱਬ ਮਿਲ ਜਾਵੇ, ਪਿਆਂ ਨੂੰ ਹੀ ਅਵਸਥਾ ਪ੍ਰਾਪਤ ਹੋ ਜਾਵੇ। ਐਂ ਹੋ ਜੂਗੀ? ਨਹੀਂ, ਮਸ਼ੱਕਤ ਕਰਨੀ ਪਵੇਗੀ, ਬਹੁਤ ਕਾਰਣਾ ਕਰਨੀ ਪਵੇਗੀ। ਤੁਸੀਂ ਗੁਰਸਿੱਖਾਂ ਦੇ ਜੀਵਨ ਮਹਾਂਪੁਰਸ਼ਾਂ ਦੇ ਪੜ੍ਹ ਕੇ ਦੇਖੋ, ਸਰੀਰਾਂ ਸੁਆਹ ਬਣਾਤੀ ਸਰੀਰਾਂ ਦੀ ਸਾਥ, ਤਦ ਜਾ ਕੇ ਪਰਮੇਸ਼ਰ, ਤਦ ਜਾ ਕੇ ਅਵਸਥਾ ਪ੍ਰਾਪਤ ਹੁੰਦੀ ਹੈ। ਗੱਲੀ ਬਾਤੀ ਦਾ ਕੁਛ ਨਹੀਂ ਮਿਲੇਗਾ। ਠੀਕ ਆ, ਥੋੜ੍ਹੀ ਬਹੁਤ ਅਵਸਥਾ ਪ੍ਰਾਪਤ ਹੋ ਜਾਏਗੀ, ਪਰ ਜਿਹੜੀ ਚਾਹੀਦੀ ਹੈ ਸਿੱਖ ਵਾਸਤੇ। 2 ਵਜੇ ਬੈਠਦਾ, ਰੋਜ਼ ਬੈਠ ਗਿਆ। 2 ਵਜੇ ਜਾ ਕੇ ਪਾਣੀ ਜਾਂਦਾ ਤੀ ਸੂਏ ਦੇ ਵਿੱਚ ਹੀ, ਯਾਨੀ ਪਾਣੀ ਦੇ ਵਿੱਚ ਖੜਾਕ ਹੋਇਆ ਜਿਸ ਤਰ੍ਹਾਂ ਝੋਟਾ ਆਉਂਦਾ ਹੁੰਦਾ ਫਰਾਟੇ ਮਾਰਦਾ। ਜਿਹੜੇ ਜ਼ਿਮੀਂਦਾਰ ਜਾਂ ਇੰਡੀਆ ਦੇ ਲੋਕ ਨੇ ਉਹ ਜਾਣਦੇ ਨੇ, ਝੋਟਾ ਹੁੰਦਾ ਉਹ ਫਰਾਟੇ ਮਾਰਦਾ। ਉਸਨੇ ਕਿਹਾ ਕਿਤੇ ਸ਼ਾਇਦ ਝੋਟਾ ਆ ਗਿਆ। ਉਹ ਤਾਂ ਨੇਤਰ ਮੀਟੀ ਬੈਠਾ ਸੀ। ਜਦ ਉਸਨੇ ਨੇਤਰ ਖੋਲ੍ਹੇ ਤਾਂ ਸਾਹਮਣੇ ਲਟਾਇਣ ਜਿੱਡਾ ਸੱਪ ਖੜਾ, ਓਡਾ ਫਾਣਾ ਟੋਕਰੇ ਜਿੱਡਾ। ਜਦ ਉਸਨੇ ਦੇਖਿਆ ਸਾਸਾਂ ਕਿਧਰੇ ਆਸਣ ਕਿਧਰੇ ਗੜਬਾ ਡਿੱਗਦਾ, ਉੱਡ ਗਿਆ ਛੱਡ ਕੇ। ਹੁਣ ਸਾਹਮਣੇ ਪਰਮੇਸ਼ਰ ਖੜਾ, ਹੁਣ ਸਾਹਮਣੇ ਪਰਮੇਸ਼ਰ ਖੜਾ, ਦਰਸ਼ਨ ਦੇਣ ਆਇਆ ਉਸਨੂੰ। ਪਰ ਉਹਦੀ ਅਜੇ ਪੂਰੀ ਸਾਧਨਾ ਹੋਈ ਨਹੀਂ ਸੀ, ਉਹ ਸਾਰੇ ਪਰਮੇਸ਼ਰ ਨੂੰ ਦੇਖਣ ਨਹੀਂ ਸੀ ਲੱਗਿਆ। ਤਾਂ ਹੀ ਤਾਂ ਬਾਬੇ ਕਹਿੰਦੇ ਸੀ ਤੂੰ ਹੌਲੀ ਹੌਲੀ ਬੰਦਗੀ ਕਰੀ ਚੱਲ, ਉਹ ਅਵਸਥਾ ਆ ਜਾਏਗੀ ਤੈਨੂੰ ਵੀ, ਫਿਰ ਸਾਰੇ ਪਰਮੇਸ਼ਰ ਦੇਖਣ ਲੱਗ ਜਾਏਗਾ। ਹੁਣ ਖੜਾ ਤਾਂ ਪਰਮੇਸ਼ਰ ਹੈ ਸਾਹਮਣੇ। ਹੁਣ ਉਹ ਤਾਂ ਉੱਡ ਗਿਆ, ਸਾਹ ਨਾਲ ਸਾਹ ਨਹੀਂ ਰਲਦਾ। ਛੁੱਟੀ ਪੂਰੀ ਹੋ ਗਈ, ਚਲਿਆ ਗਿਆ ਸਿੱਧਾ ਹੋਤੀ ਮੈਦਾਨ ਗਿਆ। ਬਾਬੇ ਕੁਰਸੀ 'ਤੇ ਬੈਠੇ ਸਨ।
ਬਾਬੇ ਵੀ ਹੱਸਣ ਲੱਗ ਗਏ, ਸਭ ਕੁਝ ਜਾਣਦੇ ਹੀ ਸਨ ਸਾਧ ਸੰਗਤ। ਕਹਿਣ ਲੱਗੇ ਪਿਓ ਭਾਈ ਦਰਸ਼ਨ ਮੇਲਾ ਹੋ ਗਿਆ ਤੈਨੂੰ? ਕਹਿੰਦਾ ਮਹਾਰਾਜ ਕਾਹਦਾ ਦਰਸ਼ਨ ਮੇਲਾ ਹੋ ਗਿਆ, ਮੈਂ ਤਾਂ ਸੱਪ ਨਹੀਂ ਖਾ ਲੈਣਾ ਸੀਗਾ। ਕਹਿੰਦੇ ਪ੍ਰੇਮੀਆ ਜੇ ਤੇਰੀ ਅਵਸਥਾ ਨਹੀਂ ਆਈ ਹੈ, ਉਹ ਤਾਂ ਪਰਮੇਸ਼ਰ ਤਾਂ ਹੀ ਤਾਂ ਤੈਨੂੰ ਕਹਿੰਦੇ ਸਾਂ, ਤਾਂ ਹੀ ਤੈਨੂੰ ਕਿਹਾ ਜੀ ਤੂੰ ਪਰਮੇਸ਼ਰ ਦੀ ਬੰਦਗੀ ਕਰੀ ਜਾ, ਤੈਂ ਕੀ ਲੈਣਾ ਦਰਸ਼ਨਾਂ ਤੇ। ਜਿਹੜਾ ਦਰਸ਼ਨ ਹੋਣਾ ਪਰਮੇਸ਼ਰ ਦਾ ਉਹ ਤਾਂ ਅੱਗੇ ਜਾ ਕੇ ਹੋਵੇਗਾ, ਸਾਹਿਬਜ਼ਾਦੇ ਸਦਾ ਆਪਾ ਮਿਟ ਜਾਏਗਾ। ਜਦ ਅਵਸਥਾ ਨਾਮਦੇਵ ਨੂੰ ਪ੍ਰਾਪਤ ਹੋਈ ਨਾ, ਨਾਮਦੇਵ ਵਿਚਾਰਾ ਗਰੀਬ ਸ਼ੀਂਬਾ ਸੀ, ਉਸ ਇਲਾਕੇ ਦੇ ਵਿੱਚ ਸੀਪਾ ਕਹਿੰਦੇ ਨੇ, ਯਾਨੀ ਇਲਾਕਿਆਂ ਦੀਆਂ ਬੋਲੀਆਂ ਨੇ। ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂਦੇ ਉਸ ਇਲਾਕੇ ਦੀ ਬੋਲੀ, ਜਾਣੀ ਉਸ ਜਵਾਨ ਦੇ ਵਿੱਚ ਬਾਣੀ ਉਚਾਰਨ ਕੀਤੀ ਹੋਈ ਹੈ। ਬਹੁਤ ਬਾਣੀ ਆਉਂਦੀ ਹੈ, ਸਾਰੇ ਹੀ ਮੁਲਕਾਂ ਦੀ ਆਉਂਦੀ ਹੈ। ਕਲਕੱਤੇ ਕੰਨੀ ਚਲੇ ਜਾਓ, ਟੋਬੇ ਨੂੰ ਪੋਖਰ ਕਹਿੰਦੇ ਨੇ, ਉਹ ਪੋਖਰ ਵੀ ਲਿਖਿਆ ਵਿੱਚ। ਆਪਾਂ ਟੋਬਾ ਇੱਧਰ ਅੱਗੇ ਚਲੇ ਜਾਓ, ਜੰਗਲ ਦੇ ਵਿੱਚ ਢਾਬ ਕਹਿੰਦੇ ਨੇ ਇਸੇ ਗੱਲ ਨੂੰ। ਬਹੁਤ ਨਾਂ ਹੁੰਦੇ ਨੇ ਇੱਕੋ ਹੀ ਚੀਜ਼ ਦੇ। ਆਓ ਇਉਂ ਪਰਮੇਸ਼ਰ ਦੀ ਕਹਿੰਦੇ ਬੰਦਗੀ। ਨਾਮਦੇਵ ਜੀ ਛੀਪਾ ਵਿਚਾਰਾ, ਛੀਂਬਿਆਂ ਦਾ ਕੰਮ ਹੁੰਦਾ ਸੀ, ਚੰਦੇ ਠਾਕਣੇ ਜਾਂ ਧੋਣੇ, ਮੈਂ ਹੀ ਕੰਮ ਹੁੰਦਾ ਸੀ। ਜਦ ਉਸਨੇ ਪਰਮੇਸ਼ਰ ਦੀ ਬੰਦਗੀ ਕਰੀ, ਬੰਦਗੀ ਕਰਦਿਆਂ ਕਰਦਿਆਂ ਉਸ ਦੀ ਅਵਸਥਾ ਆ ਗਈ, ਜਾਣੀ ਸਾਰਿਆਂ ਦੇ ਵਿੱਚ ਪਰਮੇਸ਼ਰ ਦੇਖਣ ਲੱਗ ਗਿਆ। ਸਾਧ ਸੰਗਤ ਉਹ ਪੜੋ ਪ੍ਰੇਮ ਦੇ ਨਾਲ ਅਵਸਥਾ ਆਵੇਗੀ, ਸਿੱਖ ਦੀ ਹੌਲੀ ਹੌਲੀ ਆਵੇਗੀ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਨਾਮਦੇਵ ਜੀ ਦੀ ਦ੍ਰਿਸ਼ਟੀ ਸਮ ਹੋ ਗਈ। ਸਮ ਦ੍ਰਿਸ਼ਟੀ ਵਾਲਾ ਹਰ ਇੱਕ ਜਾਨਵਰ ਦੇ ਵਿੱਚ ਪਰਮੇਸ਼ਰ ਹੈ। ਸਾਰਿਆਂ ਦੇ ਵਿੱਚ ਪਰਮੇਸ਼ਰ ਦੇਖਣਾ ਸ਼ੁਰੂ ਕਰਿਆ। ਉਹ ਨਾਮਦੇਵ ਜੀ ਨੂੰ ਫੁਰਨਾ ਹੋ ਗਿਆ, ਬਿਰਧ ਸਰੀਰ ਹੋ ਗਿਆ। ਵੀ ਜੇ ਮਾੜੀ ਜੀ ਕੋਈ ਟੁੱਟੀ ਜੀ ਘੋੜੀ ਮਿਲ ਜਾਵੇ ਤਾਂ ਫਿਰ ਆ ਲੀੜੇ ਚੰਦੇ ਆਦਿ ਉੱਤੇ ਲੱਦ ਕੇ ਲੈ ਜਾ ਕਰਾਂ, ਸੁੱਖ ਹੋ ਜਾਏਗਾ, ਭਾਰ ਨਹੀਂ ਚੱਕ ਹੁੰਦਾ। ਹੁਣ ਪਰਮੇਸ਼ਰ ਨੇ ਪਠਾਨ ਦਾ ਸਰੂਪ ਧਾਰ ਲਿਆ। ਪਠਾਨ ਲੋਕ ਹੁੰਦੇ ਨੇ ਇੱਧਰ, ਜਿੱਧਰ ਬਾਬਾ ਕੰਨ ਸਿੰਘ ਮਹਾਰਾਜ ਜੀ ਹੋਏ ਨੇ, ਪਠਾਣੀ ਇਲਾਕਾ। ਘੋੜੀ 'ਤੇ ਚੜ੍ਹਿਆ ਆਉਂਦਾ ਨਾਮਦੇਵ ਜੀ, ਪੰਡ ਬੰਨੀ ਬੈਠਾ ਲੀੜਿਆਂ ਦੀ। ਘੋੜੀ ਆ ਕੇ ਕੋਲ ਪ੍ਰਸੂਤ ਹੋ ਗਈ, ਉਸਨੇ ਬਸ਼ੇਰਾ ਦੇ ਦਿੱਤਾ। ਉਹ ਪਠਾਨ ਕਹਿਣ ਲੱਗਾ, ਓਏ ਛੀਪੇ, ਕਹਿੰਦਾ ਉਰੇ ਆ।
ਆ ਗਿਆ ਨਾਮਦੇਵ, ਕਹਿੰਦਾ ਬਸ਼ੇਰਾ ਚੱਕ ਮੋਢਿਆਂ ਤੇ। ਨਾਮਦੇਵ ਨੇ ਬਸ਼ੇਰਾ ਮੋਢਿਆਂ ਤੇ ਚੱਕ ਲਿਆ। ਪਠਾਨ ਘੋੜੀ ਤੇ ਚੜ੍ਹਿਆ ਜਾਂਦਾ। ਹੁਣ ਨਾਮਦੇਵ ਜੀ ਨੇ ਜਿਹੜੀ ਉਹਨਾਂ ਦੀ ਦ੍ਰਿਸ਼ਟੀ ਤੀ, ਨਾਮਦੇਵ ਜੀ ਦੀ ਸ਼ਬਦ ਉਚਾਰਨ ਕੀਤਾ, ਕਹਿੰਦਾ ਹੱਲੇ ਜਾਰਾ ਖੁਸ਼ਖਬਰੀ। ਕਹਿੰਦਾ ਤਕੜਿਓ ਮਹਾਰਾਜ ਜੀ, ਖੁਸ਼ ਹੋ? ਉਹ ਤਾਂ ਪਠਾਨ ਹੈ, ਪਰ ਉਹਦੀ ਦ੍ਰਿਸ਼ਟੀ ਤਾਂ ਪਰਮੇਸ਼ਰ ਭਾਵਨਾ ਉਹਦੇ ਤੇ ਹੈ, ਪਰਮੇਸ਼ਰੀ। ਹੋਂ ਬਲ ਬਲ ਜਾਉ, ਨੀਕੀ ਤੇਰੀ ਵਿਗਾਰੀ, ਆਲੇ ਤੇਰਾ ਨੂੰ ਆਮਜ ਕੀ ਹੈ, ਕੁਜਾ ਆਮਜ ਕੁਜਾ ਰਸਤੀ, ਕੁਜਾ ਮੇਰਵੀ, ਦੁਆਰਕਾ ਨਗਰੀ ਰਾਸ ਵਗੋਈ, ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਨਾਮਦੇਵ ਕਹਿਣ ਲੱਗੇ, ਐ ਪਠਾਣਾ, ਤੇਰੇ ਜਿਹੜੀ ਪਗੜੀ ਬਹੁਤ ਸੋਹਣੀ ਹੈ, ਤੇਰਾ ਜਿਹੜਾ ਬੋਲ ਹੈ ਇਹ ਬਹੁਤ ਮਿੱਠਾ ਲੱਗਦਾ ਮੈਨੂੰ। ਇਉਂ ਕਹਿੰਦਾ ਸਾਧ ਸੰਗਤ, ਪੜ੍ਹੋ ਪ੍ਰੇਮ ਨਾਲ। ਮਿੱਠੇ ਬੋਲ ਨੇ ਪ੍ਰੀਤਮਾ ਤੇਰੇ, ਛਾੜ ਲੈ ਸੀ ਨਾਮਦੇਵ ਨੇ। ਮਿੱਠੇ ਬੋਲ ਨੇ ਪ੍ਰੀਤਮਾ ਤੇਰੇ, ਛਾੜ ਲੈ ਸੀ ਨਾਮਦੇਵ ਨੇ। ਛਾੜ ਲੈ ਸੀ ਨਾਮਦੇਵ ਨੇ। ਮਿੱਠੇ
ਨਾਮਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਤਾਂ ਉਹ ਜਿਹੜਾ ਪਠਾਨ ਸੀ ਚਤੁਰਭੁਜੀ ਪਰਮੇਸ਼ਰ ਵਿਸ਼ਨੂੰ ਬਣ ਗਿਆ। ਕਹਿਣ ਲੱਗੇ ਨਾਮਦੇਵ ਤੂੰ ਸਾਰਿਆਂ 'ਚ ਸਾਨੂੰ ਦੇਖਦਾ? ਕਹਿੰਦਾ ਹਾਂ ਮਹਾਰਾਜ ਜੀ, ਸਾਰੇ ਤੁਸੀਂ ਹੀ ਹੋ, ਹੋਰ ਕੌਣ ਹੈ? ਕਹਿਣ ਲੱਗਾ ਮਹਾਰਾਜ ਜੀ ਮੇਰੀ ਕਰਜ਼ ਹੈ, ਮੈਂ ਘੋੜੀ ਤਾਂ ਥੱਲੇ ਨੂੰ ਮੰਗੀ ਤੀ, ਤੁਸੀਂ ਮੇਰੇ ਉੱਤੇ ਦੇ ਦਿੱਤੀ ਘੋੜੀ। ਮੈਂ ਤਾਂ ਥੱਲੇ ਵਾਸਤੇ ਮੰਗੀ ਤੀ। ਇਉਂ ਸਾਧ ਸੰਗ ਜਦ ਸਮਦ੍ਰਿਸ਼ਟੀ ਹੋ ਜਾਂਦੀ ਹੈ ਨਾ, ਫਿਰ ਹੈ ਤਾਂ ਸਾਰਿਆਂ ਦੇ ਵਿੱਚ ਪਰਮੇਸ਼ਰ ਹੀ ਹੂੰ। ਜਦ ਇਹ ਭੇਦ ਹੋ ਜਾਏਗਾ ਨਾ, ਦੂਏ ਜਿਹੜੇ ਸਾਰਿਆਂ ਦੇ ਵਿੱਚ ਆਤਮਾ ਹੈ, ਇਹ ਉਹਦੇ ਨਾਲ ਫਿਰ ਗੱਲਬਾਤ ਕਰਨ ਦੀ ਅਜੇ ਤਾਕਤ ਹੋ ਜਾਏਗੀ। ਬਹੁਤ ਬਲਦਾਂ ਨਾਲ ਵੀ ਗੱਲਾਂ ਕਰੀਆਂ ਨੇ ਮਹਾਂਪੁਰਸ਼ਾਂ ਦੇ ਨਾਲ। ਆਓ ਬਾਬੇ ਮਸਤੂਆਂ ਵਾਲੇ ਸੰਤ ਮਹਾਰਾਜ ਜੀ 20ਵੀਂ ਸਦੀ ਦੇ ਅਵਤਾਰ ਮੰਨੇ ਨੇ। ਬਹੁਤ ਤਪੱਸਿਆ ਦੀ ਸਾਧ ਸੰਗਤ ਉਹਨਾਂ ਦੀ। ਇੱਧਰ ਪੋਠੋਵਾਰ ਕੰਨੀ ਕਿਸੇ ਭੋਰੇ ਦੇ ਵਿੱਚ ਤਪੱਸਿਆ ਕਰਾਤੀ ਉਹਨਾਂ ਨੇ। ਬਹੁਤ 6 ਮਹੀਨੇ ਕਹਿੰਦੇ ਸਮਾਧੀ ਨਾ ਖੁੱਲੀ ਉਹਨਾਂ ਦੀ। 6 ਮਹੀਨੇ ਬੈਠੇ ਰਹੇ ਚੌਂਕੜਾ ਮਾਰ ਕੇ। ਜਦ ਫਿਰ ਉਹਨਾਂ ਦੀ ਸਮਾਧੀ ਟੁੱਟੀ, ਜਦ ਉਹਨਾਂ ਨੇ ਫਿਰ ਅੰਗ ਹਿਲਾਏ, ਜਦ ਪੱਟਾਂ ਦੇ ਹੇਠ ਦੀ ਹੱਥ ਫੇਰਿਆ, ਸਾਰੇ ਲਹੂ ਨਾਲ ਭਰ ਗਏ। ਸਿਉਂਕ ਪਹਿਲਾਂ ਤਾਂ ਆਸਣ ਖਾਧਾ ਸਿਉਂਕ ਨੇ, ਫਿਰ ਕਸ਼ਹਿਰਾ ਖਾ ਗਈ, ਫਿਰ ਸਾਰਾ ਮਾਸ ਖਾ ਕੇ ਹੱਡੀਆਂ ਖਾਣ ਲੱਗ ਗਈ। ਹੁਣ ਇਹ ਤਾਂ ਅਵਸਥਾ ਗੁਰਸਿੱਖ ਦੀ। ਗੁਰਮੁਖੋ ਤੁਸੀਂ ਗੁਰੂ ਸਾਹਿਬ ਤੇ ਪੁੱਛ ਲਓ, ਪ੍ਰਕਾਸ਼ ਹੈ ਸਾਹਮਣੇ। ਗੁਰਮੁਖ ਅੰਤਰ ਸਹਿਜ ਹੈ। ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਦੁੱਖ ਸੁਖ ਤਾਂ ਵਿਆਪਤ ਨਹੀਂ, ਜੈ ਆਤਮ ਰਾਮ ਪ੍ਰਕਾਸ਼। ਉੱਥੇ ਚਲੀ ਗਈ ਸੁਰਤ ਉਹਨਾਂ ਦੀ। ਜਾਣੀ ਸਰੀਰ ਤੋਂ ਲਹਿਦਾ ਹੋ। ਜਿੰਨਾ ਚਿਰ ਸੁਰਤ ਸਰੀਰ ਦੇ ਵਿੱਚ ਹੈ, ਉਹਨਾਂ ਦੇ ਵਿੱਚ ਫਿਰ ਤਾਕਤ ਵੀ ਹੋ ਜਾਂਦੀ। ਜੇ ਸਰੀਰ ਦੇ ਵਿੱਚ ਵੀ ਸੁਰਤ ਰਹੇ ਨਾ, ਫੇਰ ਵੀ ਸਰੀਰ ਦਾ ਦੁੱਖ ਸੁੱਖ ਨਹੀਂ ਉਹਨਾਂ ਨੂੰ ਭਾਸਦਾ। ਹਰ ਇੱਕ ਦੀ ਅਵਸਥਾ ਨਹੀਂ ਇਹ। ਤਾਂ ਹੀ ਗੁਰਸਿੱਖਾਂ ਨੇ ਫਿਰ ਬੰਦ ਕਟਾਏ ਨੇ। ਗੁਰਮੁਖੋ ਕੌਣ ਕਟਾ ਦੇਗਾ ਬੰਦ? ਆਏ ਕਿਸੇ ਮਜ਼ਹਬ ਦੇ ਵਿੱਚ ਇਹੀ ਜਿਹੀ ਮਿਸਾਲ ਹੈ ਹੀ ਤਾਂ ਇਹ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦੇ ਵਿੱਚ ਹੈ। ਇਹੋ ਜਿਹਾ ਮਤ ਨਹੀਂ ਕੋਈ। ਠੀਕ ਆ, ਆਪੋ ਆਪਣੇ ਮਤ ਸਾਰੇ ਹੀ ਚੰਗੇ, ਪਰ ਇਸ ਤਰ੍ਹਾਂ ਕੋਈ ਕੁਰਬਾਨੀ ਨਹੀਂ ਦੇ ਸਕਿਆ ਅੱਜ ਤਾਈਂ ਜਿਵੇਂ ਗੁਰੂ ਘਰ ਵਿੱਚ ਹੋਈ ਹੈ। ਇਹ ਤਾਂ ਬਹੁ ਗਿਣਤੀ ਕਰਕੇ ਦੁਨੀਆ ਭਾਰ ਪਾ ਲੈਂਦੀ ਹੈ, ਹੋਰ ਗੱਲ ਕੁਛ ਨਹੀਂ ਹੈ। ਪਰ ਗੁਰੂ ਘਰ ਦੇ ਮੁਕਾਬਲੇ 'ਚ ਨਹੀਂ ਕੋਈ ਹੋ ਸਕਦਾ। ਆਓ ਸੰਤ ਬਾਬੇ ਮਸਤੂਆਂ ਵਾਲੇ ਜਦ ਦੁਨੀਆ ਹਜ਼ੂਰ ਸਾਹਿਬ ਨੂੰ ਤੁਰ ਕੇ ਹੀ ਜਾਂਦੀ ਹੁੰਦੀ ਸੀ, ਨਾਲ ਰਲਦਲੀ ਹੈ ਹਜ਼ੂਰ ਸਾਹਿਬ ਨੂੰ ਤੁਰ ਪਏ ਸਾਧ ਸੰਗਤ। ਚਲੇ ਜਾਂਦੇ ਨੇ। ਜੰਗਲ ਬਹੁਤ ਹੁੰਦੇ ਸਨ। ਅਰਦਲੀ ਸਿੰਘ ਨਾਲ ਸੰਘਣਾ ਜੰਗਲ ਆ ਗਿਆ, ਜਿਹਨੂੰ ਘਣਾ ਵੀ ਕਿਹਾ ਜਾਂਦਾ। ਤੁਰੇ ਜਾਂਦਿਆਂ ਅੱਗੇ ਕੀ ਦੇਖਿਆ? ਕਿਹੜੀ ਸ਼ੇਰ ਆਉਂਦਾ ਤੁਰਿਆ। ਕਿਹੜੀ ਸ਼ੇਰ? ਸ਼ੇਰਾਂ ਦੀਆਂ ਨਸਲਾਂ ਹੁੰਦੀਆਂ ਨੇ ਲਹਿਦਾ। ਕਿਹੜੀ ਸ਼ੇਰ ਕਥਾ ਦੇ ਵਿੱਚ ਆਉਂਦਾ। 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਸ਼ੇਰ ਮਾਰਿਆ ਸੀ, ਦੱਸਦੇ ਨੇ ਵੀ 9 ਹੱਥ ਲੰਬਾ ਉਹਦਾ ਸਰੀਰ ਸੀਗਾ। 9 ਹੱਥ ਲੰਬਾ। ਦੇਖ ਲਓ ਕਿਤਨੀ ਤਾਕਤ ਹੋਵੇਗੀ ਉਹਦੇ ਵਿੱਚ। ਕਿਹੜੀ ਸ਼ੇਰ ਦੇ ਗਲ ਦੇ ਉੱਤੇ ਜੱਤ ਹੁੰਦੀ ਆ, ਬਾਕੀ ਉਹਦਾ ਸਾਰਾ ਸਰੀਰ ਰੇਸ਼ਮ ਵਰਗਾ ਹੁੰਦਾ। ਹੱਡੀਆਂ ਦੀਦੀਆਂ ਹੁੰਦੇ ਨੇ ਵਿੱਚ ਹੀ। ਆਹ ਦੇਖ ਲਓ ਇੱਥੇ ਵੀ ਅੰਗਰੇਜ਼ਾਂ ਦੇ ਰੱਖੇ ਹੋਏ ਨੇ। ਉਹ ਜਿਹੜਾ ਅਰਦਲੀ ਸੀ, ਉਸ ਤੋਂ ਸਾਹ ਚੜ ਗਿਆ। ਕਹਿੰਦਾ ਮਹਾਰਾਜ ਜੀ ਬਸ ਹੁਣ ਖਤਮ ਆ ਆਪਾਂ ਤਾਂ। ਬਾਬੇ ਕਹਿੰਦੇ ਤੂੰ ਕਿਉਂ ਡਰਦਾ? ਕਿਉਂ ਡਰਦਾ ਤੂੰ? ਕਹਿੰਦਾ ਮਹਾਰਾਜ ਜੀ ਡਰਾਂ ਨਾ, ਸ਼ੇਰ ਆ ਗਿਆ। ਸ਼ੇਰ ਨੇ ਨਹੀਂ ਛੱਡਣਾ, ਹੁਣ ਖਾ ਜਾਏਗਾ ਇਹ। ਕਹਿੰਦੇ ਨਾ ਭਾਈ ਕੁਛ ਨਹੀਂ ਕਹਿੰਦਾ ਇਹ ਤਾਂ। ਉਹਨਾਂ ਦੀ ਦ੍ਰਿਸ਼ਟੀ ਸਮ ਸੀ। ਸ਼ੇਰ ਦੇ ਵਿੱਚ ਵੀ ਉਹੀ ਆਤਮਾ ਜਿਹੜਾ ਆਪਣੇ ਵਿੱਚ ਆਤਮਾ। ਉਹ ਤਾਂ ਜੂਨੀ ਦਾ ਸੁਭਾਅ ਹੁੰਦਾ। ਜੂਨੀ ਚੱਲਦੀ ਆ ਆਤਮਾ ਦੇ ਆਸਰੇ। ਖੈਰ ਉਹ ਤਾਂ ਕੰਮਣ ਲੱਗ ਗਿਆ। ਜਿਸ ਤਰ੍ਹਾਂ ਮਰਦਾਨਾ ਵੀ ਜਦ ਕਲਯੁਗ ਆਇਆ ਨਾ, ਜਦ ਮਰਦਾਨੇ ਨੇ ਦੇਖਿਆ, ਮਰਦਾਨਾ ਪਿੱਛੇ ਨੂੰ ਝਾਕਣ ਲੱਗ ਗਿਆ।
ਇਤਨਾ ਡਰ ਗਿਆ ਉਹਦੇ ਸਰੂਪ ਨੂੰ ਦੇਖ ਕੇ। ਮਹਾਰਾਜ ਕਹਿੰਦੇ ਡਰਨਾ ਕੁਛ ਨਹੀਂ ਹੁੰਦਾ, ਤੇਰੇ ਤੇ ਡਾਢੇ ਦਾ ਹੱਥ ਹੈ। ਖੈਰ ਉਹ ਤਾਂ ਕੰਬਣ ਲੱਗ ਗਿਆ ਜਿਹੜਾ ਅਰਦਲੀ ਸੀ। ਸ਼ੇਰ ਆਇਆ, ਸ਼ੇਰ ਆ ਕੇ ਸੰਤਾਂ ਦੇ ਕੋਲ ਖੜ ਗਿਆ, ਚੱਟਣ ਲੱਗ ਗਿਆ ਆ ਕੇ ਸੰਤਾਂ ਨੂੰ। ਉਹ ਕੰਬੀ ਜਾਂਦਾ ਪਿੱਛੇ ਖੜਾ, ਸਾਰਿਆਂ ਚੱਟ ਕੇ ਚਲਿਆ ਗਿਆ। ਜਾਣੀ ਉਹਨਾਂ ਦੀ ਜਿਹੜੀ ਭਾਵਨਾ ਸੀ, ਜਾਣੀ ਸਾਰੇ ਪਰਮੇਸ਼ਰ ਦੇਖਦੇ ਸਨ, ਹੈ ਸਾਰੇ ਹੀ ਪਰਮੇਸ਼ਰ। ਜ਼ਿਆਦਾ ਦ੍ਰਿਸ਼ਟੀ ਆ ਜਾਏਗੀ ਨਾ, ਫਿਰ ਇਹਨੂੰ ਕੋਈ ਚੀਜ਼ ਨਹੀਂ ਦੁੱਖ ਦੇ ਸਕਦੀ। ਪ੍ਰਹਲਾਦ ਨੂੰ ਕਿਤਨੇ ਤਸੀਹੇ ਦਿੱਤੇ ਰਣਾਕਸ਼ ਨੇ, ਕੋਈ ਕਾਰਗਰ ਹੋਇਆ ਉਸ ਦਾ ਨਹੀਂ। ਉਹ ਸਾਰਿਆਂ ਦੇ ਵਿੱਚ ਪਰਮੇਸ਼ਰ ਦੇਖਦਾ ਸੀ। ਜਿਹੜੀ ਚੀਜ਼ ਨਾਲ ਉਸ ਨੂੰ ਉਹ ਮਾਰਨਾ ਚਾਹੁੰਦਾ ਸੀ, ਉਹਦਾ ਪਰਮੇਸ਼ਰ ਸੀ ਉਹਦੇ 'ਚ, ਤਾਂ ਕੌਣ ਮਾਰ ਸਕਦਾ। ਉਹ ਇਸ ਤਰ੍ਹਾਂ ਦੱਸਿਆ ਵੀ ਗੁਰੂ ਭਾਵਨਾ ਜਾਂ ਸਿੱਖ ਦੀ ਹੋ ਜਾਏਗੀ, ਫਿਰ ਸਮਝੋ ਇਸ ਦਾ ਜਿਹੜਾ ਜਨਮ ਹੈ ਸਫਲਾ ਹੋ ਜਾਏਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਬਾਲਾ ਤੇ ਮਰਦਾਨਾ ਰਹੇ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੇਵਾ ਕਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਸੇਵਾ ਕਰਕੇ ਯਾਨੀ ਉਹ ਵਸਤੂ ਦੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਬਣ ਗਏ। ਖਡੂਰ ਸਾਹਿਬ ਜੋਤ ਜਗਾਉਂਦੇ ਨੇ, ਸਤ ਉਪਦੇਸ਼ ਕਰਦੇ ਨੇ ਸੰਗਤਾਂ ਨੂੰ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਬਈ ਭਾਈ ਬਾਲਾ, ਕਿਉਂ ਮਰਦਾਨਾ ਤਾਂ ਖੁਰਮੇ ਸ਼ਹਿਰ ਚੜ੍ਹਾਈ ਕਰ ਗਿਆ ਤੇ ਜਦ ਮਹਾਰਾਜ ਜੀ ਸੱਜਣ ਠੱਗ ਕੋਲ ਨੂੰ ਗਏ ਨੇ। ਬਾਲਾ ਰਿਹਾ ਨਾਲ, ਸਰੀਰ ਬਾਲੇ ਦਾ ਸੀ। ਮਹਾਰਾਜ ਨੇ ਚੇਚਾ ਬੰਦਾ ਕੱਲਿਆ ਵੀ ਜਾ ਬਾਲੇ ਨੂੰ ਸੱਦ ਕੇ ਲਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੌਂਤ ਕੋ ਨਾਲ ਦੇਖਦਾ ਰਿਹਾ, ਜਿਸ ਤਰ੍ਹਾਂ ਦੁਨੀਆ ਨੂੰ ਉਤਾਰਦੇ ਰਹੇ ਨੇ, ਆਪਾਂ ਉਹਨਾਂ ਕੋਲੋਂ ਸੁਣਾਂਗੇ। ਘਰ ਪ੍ਰੇਮੀ ਗਿਆ, ਭਾਈ ਬਾਲੇ ਨੂੰ ਲੈ ਆਂਦਾ ਗਿਆ। ਜਦ ਪ੍ਰੀਤਮ ਦਾ ਸਾਥੀ ਆਇਆ, ਗੁਰੂ ਅੰਗਦ ਦੇਵ ਮਹਾਰਾਜ ਜੀ ਉੱਠ ਕੇ ਖੜੇ ਹੋ ਗਏ। ਬਹੁਤ ਆਦਰ ਕੀਤਾ ਬਾਲੇ ਦਾ, ਬਿਠਾ ਲਿਆ ਉੱਚੀ ਜਗ੍ਹਾ। ਬਹੁਤ ਵਚਨ ਮਿਲਾ ਸੁਣਨ ਲੱਗ ਗਏ। ਇੱਕ ਦਿਨ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਭਾਈ ਬਾਲੇ ਨੂੰ, ਭਾਈ ਬਾਲਾ ਤੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਰਹਿ, ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਤੂੰ ਨਾਲ ਰਹਿ, ਪਰ ਸੱਚਖੰਡ ਜਦ ਮਹਾਰਾਜ ਜੀ ਜਾਂਦੇ ਹੁੰਦੇ ਸਨ, ਜਦ ਬਾਲਾ ਤੇ ਮਰਦਾਨਾ ਸਾਥ ਨਹੀਂ ਜਾਂਦੇ ਸਨ, ਧਰੂੰ ਦੀ ਪੁਰੀ 'ਚ ਛੱਡ ਜਾਂਦੇ ਹੁੰਦੇ ਸਨ ਮਹਾਰਾਜ ਜੀ। ਵੇ ਸਣੇ ਸਰੀਰ ਸੱਚਖੰਡ ਚਲੇ ਜਾਂਦੇ ਸਨ। ਕਹਿਣ ਲੱਗੇ ਇਉਂ ਦੱਸ ਤੂੰ ਭਾਈ ਬਾਲਾ, ਗੁਰੂ ਨਾਨਕ ਦੇਵ ਮਹਾਰਾਜ ਤੇ ਤੇਰੀ ਕਹੀ ਜੀ ਭਾਵਨਾ ਸੀ, ਤੂੰ ਗੁਰੂ ਨਾਨਕ ਦੇਵ ਮਹਾਰਾਜ ਨੂੰ ਕੀ ਕਰਕੇ ਜਾਤਾ ਸੀ, ਇਉਂ ਦੱਸ ਤੂੰ। ਪੜੋ ਪ੍ਰੇਮ ਦੇ ਨਾਲ। ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ,
ਸਤਿਗੁਰ ਪੁਰਖ ਅਗੰਮ ਹੈ। ਅਗੰਮ ਕਹਿੰਦੇ ਨੇ ਉੱਥੇ ਮਨ ਤੇ ਬਾਣੀ ਦੀ ਪਹੁੰਚ ਨਹੀਂ ਹੈ ਜਾਣ ਦੀ। ਉਹ ਜੋ ਨਿਰਾਕਾਰ ਵਾਹਿਗੁਰੂ ਹੈ, ਉਹ ਕਹਿੰਦੇ ਸੀਸੇ ਵਾਤੋਂ ਹੈ, ਆਰਸ਼ੀ ਮੰਨਿਆ। ਪੁਰਾਣੇ ਜ਼ਮਾਨੇ ਦੇ ਵਿੱਚ ਬੁੜੀਆਂ ਦੇ ਆਰਸੀਆਂ ਪਾਈਆਂ ਹੁੰਦੀਆਂ ਸੀ, ਵਿੱਚ ਸੀਸਾ ਲੱਗਿਆ ਹੁੰਦਾ ਸੀ, ਉਹਨੂੰ ਆਰਸੀ ਕਿਹਾ ਜਾਂਦਾ ਸੀ। ਕਹਿੰਦੇ ਸੀਸੇ ਵਾਤਾ ਜੋ ਪਰਮੇਸ਼ਰ ਹੈ। ਜਿਹੀ ਜੀ ਭਾਵਨਾ ਕਹਿੰਦੇ ਜਿਹਾ ਜਿਹਾ ਦੇਖਦਾ ਨਾ ਸੀਸੇ ਕਨੇ ਨੂੰ ਕੋਈ, ਚਾਹੇ ਤਾਂ ਰੋਂਦਾ ਦੇਖ ਲਓ ਰੋਂਦਾ ਦਿਖੇਗਾ, ਚਾਹੇ ਹੱਸਦਾ ਦੇਖ ਲਓ ਹੱਸਦਾ ਦਿਸੇਗਾ, ਮੂੰਹ ਕਾਲਾ ਕਰ ਲਓ ਕਾਲਾ ਦਿਸੇਗਾ, ਚਿੱਟਾ ਮੂੰਹ ਦੇਖ ਲਓ ਚਿੱਟਾ ਦਿਸੇਗਾ। ਉਹਦੇ 'ਚ ਸ਼ਕਤੀ ਹੈ। ਜਿਹਾ ਜਿਹਾ ਦੇਖੇਗਾ ਉਹ ਜਿਹਾ ਹੀ ਦਿਖੇਗਾ। ਇਸੇ ਤਰ੍ਹਾਂ ਹੀ ਗੁਰੂ ਹੈ ਜਿਹੜਾ ਸਰਵੱਗ ਸਰਗੁਣ ਸਤਿਗੁਰੂ ਹੈ ਜਿਹੜਾ, ਜਿਹੜੀ ਭਾਵਨਾ ਦੇ ਨਾਲ ਜਿਹੜੀ ਸ਼ਰਧਾ ਦੇ ਨਾਲ ਗੁਰੂ ਨੂੰ ਦੇਖੇਗਾ, ਗੁਰੂ ਦੇ ਨਾਲ ਪ੍ਰੇਮ ਕਰੇਗਾ, ਉਸ ਭਾਵਨਾ ਨਾਲ ਗੁਰੂ ਨੇ ਉਸ ਨੂੰ ਫਲ ਦੇ ਦੇਣਾ। ਸਾਧ ਸੰਗਤ ਉਹ ਦੱਸਿਆ ਵੀ ਭਾਵਨਾ ਸੇ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਗੁਰੂ ਦੇ ਵਿੱਚ ਫਰਕ ਨਹੀਂ ਹੈ। ਹੁਣ ਭਾਵਨਾ ਦੇ ਵਿੱਚ ਫਰਕ ਹੈ। ਦੱਸਿਆ ਨਾ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਉਹ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਪੜੋ ਪ੍ਰੇਮ ਦੇ ਨਾਲ। ਬਸੇ ਜੋ ਚੰਦਨ ਪਾਸ, ਚੰਦਨ ਹੋਵੇ ਚੰਦਨ ਹੋਵੇ, ਬਸੇ ਜੋ ਚੰਦਨ ਪਾਸ, ਚੰਦਨ ਹੋਵੇ ਦੱਸਿਆ ਵੀ ਸਾਰੀ ਬਨਸਪਤੀ ਹੈ ਜਿਹੜੀ, ਕਹਿੰਦੇ ਸਾਰਿਆਂ ਦੇ ਵਿੱਚੋਂ ਜਿਹੜਾ ਚੰਦਨ ਆ ਉਸਦਾ ਖਾਸਾ ਸੁਭਾਅ ਹੈ। ਸਾਰਿਆਂ ਦੇ ਵਿੱਚੋਂ ਚੰਦਨ ਦੀ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਸਵਾਲ ਕੀਤਾ ਜੀ ਸਾਰਿਆਂ 'ਚ ਆਉਣ ਲੱਗ ਜਾਂਦੀ ਹੈ, ਕੋਈ ਇਹੋ ਜਿਹਾ ਵੀ ਦਰੱਖਤ ਹੈ ਜਿਹਦੇ ਵਿੱਚੋਂ ਨਹੀਂ ਵੀ ਸੁਗੰਧੀ ਆਉਂਦੀ?
ਇਹ ਭਾਵਨਾ ਦੀ ਗੱਲ ਹੈ। ਕਹਿੰਦੇ ਹਾਂ ਇੱਕ ਦਰਖਤ ਹੈ, ਉਹ ਜੇ ਤੋਂ ਸੁਗੰਧੀ ਨਹੀਂ ਆਉਂਦੀ, ਸਾਰੇ ਬਣ ਚੋਂ ਸੁਗੰਧੀ ਆਉਂਦੀ ਹੈ। ਬਾਂਸ ਵਡਾਈ ਬੂਡਿਆ, ਇਉਂ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਵਸੇ, ਬਾਂਸ ਸੁਗੰਧ ਨਾ ਹੋਏ। ਪੜੋ ਪ੍ਰੇਮ ਦੇ ਨਾਲ ਭਾਵਨਾ ਦਾ। ਭੈੜੇ ਬਾਂਸ ਨੂੰ ਸੁਗੰਧ ਨਾ ਹੋਵੇ, ਮਾਰ ਲਿਆ ਵਡਿਆਈ ਨੇ। ਭੈੜੇ ਬਾਂਸ ਨੂੰ ਸੁਗੰਧ ਨਾ ਹੋਵੇ, ਮਾਰ ਲਿਆ ਵਡਿਆਈ ਨੇ। ਮਾਰ ਲਿਆ ਵਡਿਆਈ। ਭੈੜੇ ਬਾਂਸ ਨੂੰ ਸੁਗੰਧ ਨਾ ਹੋਵੇ, ਸੁਗੰਧ ਨਾ ਹੋਵੇ, ਮਾਰ ਲਿਆ ਵਡਿਆਈਆਂ ਨੇ। ਭੈੜੇ ਬਾਂਸ ਨੂੰ ਸੁਗੰਧ ਨਾ ਹੋਵੇ, ਮਾਰ ਲਿਆ ਵਡਿਆਈਆਂ ਨੇ। ਮੇਰੇ ਪਿਆਰੇ ਮਾਰ ਲਿਆ ਵਡਿਆਈਆਂ ਨੇ। ਮੇਰੇ ਪਿਆਰੇ ਮਾਰ ਲਿਆ ਵਡਿਆਈਆਂ ਨੇ। ਵਾਹ 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 ਵੇ ਮਾਰ ਲਿਆ ਵਡਿਆਈਆਂ ਨੇ। ਵਾਹ 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 ਵੇ ਮਾਰ ਲਿਆ ਵਡਿਆਈਆਂ ਨੇ। ਭੈੜੇ ਬਾਂਸ ਨੂੰ ਸੁਗੰਧ ਨਾ ਹੋਵੇ, ਸੁਗੰਧ ਨਾ ਹੋਵੇ, ਮਾਰ ਲਿਆ ਵਡਿਆਈਆਂ ਨੇ। ਭੈੜੇ ਬਾਂਸ ਨੂੰ ਸੁਗੰਧ ਨਾ ਹੋਵੇ, ਮਾਰ ਲਿਆ ਵਡਿਆਈਆਂ ਨੇ। ਦੱਸਿਆ ਵੀ ਜਿਹੜਾ ਬਾਂਸ ਹੈ ਨਾ, ਉਸ ਦੇ ਅੰਦਰ ਹਉ ਹੈ। ਹਉ ਹੈ ਜਿਹੜੀ, ਇਹ ਪਰਮੇਸ਼ਰ ਤੇ ਗੁਰੂ ਭਾਵਨਾ ਨਹੀਂ ਆਉਣ ਦਿੰਦੀ ਹੈ। ਜਿੰਨਾ ਚਿਰ ਇਸਦੀ ਹਉ ਨਹੀਂ ਨਿਵਰਤ ਹੁੰਦੀ, ਗੁਰੂ ਭਾਵਨਾ ਨਹੀਂ ਆਵੇਗੀ। ਭਾਵੇਂ ਸ਼ਕਤੀਆਂ ਹੋ ਜਾਣ ਇਹਦੇ 'ਚ, ਸ਼ਕਤੀ ਕੋਈ ਹੋਰ ਗੱਲ ਹੈ। ਉਹ ਜਿੱਥੇ ਇਸਨੇ ਪਹੁੰਚਣਾ, ਉਹ ਤਾਂ ਬਹੁਤ ਅੱਗੇ ਜਾ ਕੇ ਅਵਸਥਾ ਆਉਂਦੀ ਹੈ ਸਿੱਖ ਦੀ।
ਸ਼ਕਤੀਆਂ ਤਾਂ ਸਿੱਧਾਂ 'ਚ ਬਥੇਰੀਆਂ ਸੀ, ਹਉ ਸਹਿਤ ਤੀਗੀਆਂ ਉਹਨਾਂ ਨੂੰ ਜੋ ਤਪੱਸਿਆ ਵੀ ਹਉ ਸਹਿਤ ਕਰੀ ਹੋਈ ਸੀ। ਸਿੱਖ ਨੇ ਤਾਂ ਹਉ ਤੇ ਰਹਿਤ ਕਰਨਾ ਜੋ ਕੁਛ ਕਰਨਾ। ਤਦ ਗੁਰੂ ਭਾਵਨਾ ਆਵੇਗੀ। ਗੁਰੂ ਘਰ ਦੇ ਵਿੱਚ ਤਾਂ ਹੀ ਦੱਸਿਆ ਨਾ, ਭਾਈ ਗੁਰਦਾਸ ਨੇ ਲਿਖਿਆ, ਗੁਰਮਤਿ ਹਿਰਦੇ ਗਰੀਬੀ। ਨਾਲੇ ਕਹਿੰਦਾ ਹਉ ਤਿਸ ਕੋਲ ਕਮਾਇਆ। ਕਹਿੰਦਾ ਮੈਂ ਬਲਿਹਾਰੇ ਜਾਣਾ ਉਸ ਸਿੱਖ ਦੇ ਜਿਹਨੇ ਹਉ ਨੂੰ ਛੱਡ ਕੇ ਗਰੀਬੀ ਧਾਰਨ ਕਰਕੇ ਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦਾ ਮੈਂ ਉਸ ਸਿੱਖ ਦੇ ਬਲਿਹਾਰੇ ਜਾਣਾ। ਇੱਥੇ ਤਾਈਂ ਵੀ ਦੱਸਿਆ ਭਾਈ ਗੁਰਦਾਸ ਨੇ, ਇਹੋ ਜਿਹੇ ਸਿੱਖ ਦੇ ਮੇਰੀ ਖਰੜੀ ਦੇ ਜੇ ਮੌਜੇ ਬਣ ਜਾਣ ਤਾਂ ਫਿਰ ਮੇਰਾ ਜਿਹੜਾ ਚਾਮਾ ਹੈ ਸਫਲਾ ਹੋ ਜਾਵੇ। ਪੜੋ ਪ੍ਰੇਰਣਾ, ਇੰਨਾ ਦਰਜਾ ਬੜਾ ਗੁਰਸਿੱਖ ਦਾ। ਹਿਰਦੈ ਗਰੀਬੀ ਆਵੈ ਗੁਰਮਤਿ, ਹਿਰਦੈ ਗਰੀਬੀ ਆਵੈ, ਹਿਰਦੈ ਗਰੀਬੀ ਆਵੈ ਗੁਰਮਤਿ, ਹਿਰਦੈ ਗਰੀਬੀ ਆਵੈ ਗੁਰਮਤਿ, ਦੱਸਿਆ ਵੀ ਜਿਹੜਾ ਗੁਰਸਿੱਖ ਹੋਇਆ ਨਾ, ਉਸ ਦਾ ਮਨ ਇਤਨਾ ਨੀਵਾਂ ਹੋ ਜਾਣਾ ਚਾਹੀਦਾ, ਇਤਨੀ ਉਸ ਦੇ ਹਿਰਦੇ ਦੇ ਵਿੱਚ ਗਰੀਬੀ ਆ ਜਾਣੀ ਚਾਹੀਦੀ ਹੈ। ਤਦ ਫਿਰ ਉਹ ਪਰਮੇਸ਼ਰ 'ਤੇ ਲਾਭ ਪ੍ਰਾਪਤ ਕਰ ਸਕਦਾ। ਉਹ ਬਾਂਸ ਦੇ ਵਿੱਚ ਕਿਉਂ ਨਹੀਂ ਵਾਸ਼ਨਾ ਆਈ? ਬਾਂਸ ਦੇ ਵਿੱਚ ਰਹਿੰਦਾ ਤਾਂ ਚੰਦਨ ਦੇ ਕੋਲ ਹੀ ਹੈ। ਆਪਾਂ ਖਿਆਲ ਕਰਦੇ ਹਾਂ, ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗੁਰਵਾਸ ਨਾ ਪਰਿਆ ਰੇ, ਵੀ ਉਹ ਮਾਤਾ ਦੇ ਉਦਰ ਦੇ ਵਿੱਚ ਨਹੀਂ ਆਉਂਦਾ, ਜੰਮਣ ਵਣ 'ਤੇ ਰਹਿਤ ਹੋ ਜਾਂਦਾ। ਜੇ ਜੰਮਣ ਵਣ 'ਤੇ ਰਹਿਤ ਨਹੀਂ ਹੋਇਆ ਤਾਂ ਮਾਤਾ ਦੇ ਉਦਰ ਦੇ ਵਿੱਚ ਆਉਣਾ ਪਵੇਗਾ। ਕਿਸੇ ਜਾਨਵਰ ਦੇ ਉਦਰ 'ਚ ਆ ਜਾਵੇ ਇੱਕੋ ਹੀ ਗੱਲ। ਦੱਸਦੇ ਨੇ ਵੀ ਗੁਰਮੁਖ ਹੈ ਜਿਹੜਾ, ਉਹ ਜਿਹੜਾ ਬਾਂਸ ਹੋਇਆ ਨਾ, ਬਾਂਸ ਰਹਿੰਦਾ ਤਾਂ ਚੰਦਨ ਦੇ ਕੋਲ ਹੀ ਹੈ, ਪਰ ਇੱਕ ਦਾ ਉਹਦੇ ਅੰਦਰ ਹੰਕਾਰ ਹੈ। ਕਹਿੰਦਾ ਮੇਰੇ ਵੱਡਾ ਕੋਈ ਲੰਬਾ ਨਹੀਂ ਹੈ। ਇਹ ਵੀ ਜੇ ਆ ਜਾਵੇ ਸਿੱਖ ਦੇ ਵਿੱਚ ਵੀ ਮੇਰੇ ਵਰਗਾ ਕੋਈ ਸੇਵਾ ਨਹੀਂ ਕਰਦਾ, ਮੈਂ ਹੀ ਸਾਰੀ ਸੇਵਾ ਕਰਦਾ ਗੁਰੂ ਘਰ ਦੀ, ਜੇ ਮੈਂ ਨਾ ਹੋਵਾਂ ਖਨੀ ਭੁੱਖੇ ਹੀ ਮਰ ਜਾਣਗੇ। ਇਸੇ ਨੂੰ ਇਹ ਹਉ ਕਹਿੰਦੇ ਨੇ। ਤੂੰ ਸੇਵਾ ਕਰ, ਨਿਰਵਾਣਤਾ
ਜੋਗ ਸੇ ਤਾਂ ਪਰਮੇਸ਼ਰ ਕਰਦਾ, ਤੂੰ ਕੀ ਕਰਦਾ? ਤੂੰ ਤਾਂ ਆਪਣੀ ਅਵਸਥਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ। ਇਉਂ ਸਾਧ ਸੰਗਤ ਤਾਂ ਉਹ ਲੰਬਾ ਉਹਦੇ 'ਚ ਹਾਂ ਹੈ। ਫਿਰ ਉਹ ਕੁਲ ਘਾਤੀ ਹੈ। ਜਦ ਹਵਾ ਵਗਦੀ ਹੈ ਨਾ, ਹਵਾ ਬਾਂਹ ਸਾਬਜ ਵਿੱਚ ਫਿਰ ਰਗੜ ਖਾਂਦੇ ਨੇ, ਰਗੜ ਖਾਂਦੇ ਨੇ ਉੱਧਰੋਂ ਉੱਧਰ ਹੀ। ਖਾਣ ਕੇ ਕਰਕੇ ਫਿਰ ਅੱਗ ਪੈਦਾ ਹੁੰਦੀ ਹੈ ਇਹਨਾਂ ਦੇ ਵਿੱਚ। ਦੱਸਦੇ ਨੇ ਵੀ ਥੋੜ੍ਹੇ ਜਿਹੇ ਪਿੱਛੇ ਹਟ ਕੇ ਅੱਗ ਜਿਹੜੀ ਪੈਦਾ ਕਰਦੇ ਸਨ ਲੋਕ, 2 ਸੋਟੀਆਂ ਰੱਖ ਕੇ ਇੱਕ ਸੋਟੀ ਉਸਦੇ ਵਿੱਚ ਪਾ ਕੇ ਫਿਰ ਉੱਧਰ ਉੱਧਰ ਹੀ ਖਿੱਚਦੇ ਸਨ। ਉਹ ਫਿਰ ਦੂਈਆਂ ਸੋਟੀਆਂ ਨਾਲ ਰਗੜ ਖਾ ਕੇ ਸੋਟੀ ਅੱਗ ਪੈਦਾ ਹੋ ਜਾਂਦੀ ਸੀ। ਇਉਂ ਜਾਲ ਲੈਂਦੇ ਸੀ। ਕਹਿੰਦੇ ਅੱਗ ਪੈਦਾ ਹੋ ਜਾਂਦੀ ਹੈ। ਕੁਲ ਘਾਤੀ ਕੀ, ਕੁਲ ਦਾ ਹੀ ਨਾਸ। ਬਣਾਂ ਦੇ ਬਣ ਫੁੱਕ ਜਾਂਦੇ ਨੇ, ਕਹਿੰਦੇ ਬਾਂਸਾਂ ਦੇ। ਹੋਰ ਦਰਖਤਾਂ ਨੂੰ ਵੀ ਫੂਕ ਦਿੰਦੇ ਨੇ, ਆਪਣੀ ਕੁਲ ਤਾਂ ਫੂਕਣੀ ਹੋਈ ਹੰਕਾਰੀ ਨੇ। ਇਉਂ ਸਾਧ ਸੰਗਤ ਦੱਸਿਆ ਵੀ ਹਾਂ ਤੋਂ ਰਹਿਤ ਜਿਹੜੀ ਸੇਵਾ ਕਰਨੀ ਹੈ, ਉਹ ਕਹਿੰਦੇ ਪ੍ਰਵਾਨ ਹੁੰਦੀ ਆ। ਭਾਵੇਂ ਕਹਿੰਦੇ ਥੋੜ੍ਹੀ ਕਰੋ, ਰੱਤੀ ਜਿੰਨੀ ਕਰੋ। ਸੇਵਾ ਕਰਕੇ ਜਿਹੜਾ ਮਾਣ ਕਰਨਾ ਨਾ, ਉਹ ਕਹਿੰਦੇ ਸਾਰੀ ਕੀਤੀ ਹੋਈ ਸੇਵਾ ਨਿਸਫਲ ਚਲੀ ਜਾਂਦੀ ਹੈ। 9ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਦੇ ਹਾਂ ਆਪਾਂ। ਇਹਨਾਂ ਨੇ ਬਹੁਤ ਅਰਸਾ ਭੋਰੇ ਦੇ ਵਿੱਚ ਬੈਠ ਕੇ ਤਪੱਸਿਆ ਕਰੀ। ਜਿਤਨੀ ਉਹਨਾਂ ਦੀ ਬਾਣੀ ਹੈ ਸਾਰੀ ਵਿਰਾਗਮਈ ਹੈ। ਸਾਰੀ ਬਾਣੀ ਵਿਰਾਗਮਈ ਹੈ ਵੀ ਐ ਜੀਵ, ਤੂੰ ਤਾਂ ਦੁਨੀਆ ਦੇ ਉੱਤੇ ਪਰਮੇਸ਼ਰ ਨੂੰ ਮਿਲਣ ਵਾਸਤੇ ਆਇਆ। 9ਵੇਂ ਮਹੱਲੇ ਦੇ ਸ਼ਲੋਕ ਦੇਖੋ ਤੁਸੀਂ ਪੜ੍ਹ ਕੇ। ਸਾਰੇ ਸ਼ਬਦਾਂ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਵਾਸਤੇ ਉਪਦੇਸ਼ ਕੀਤਾ। ਦੱਸਦੇ ਨੇ ਵੀ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਤਰੇ ਗਮਾਨ। ਉਹੀ ਹੰਕਾਰ ਕਹਿ ਲਓ, ਗਵਾਨ ਕਹਿ ਲਓ। ਮਾੜੀ ਜੀ ਕੋਈ ਵਸਤੂ ਆਪਾਂ ਦਿੰਦੇ ਹਾਂ ਕਿਸੇ ਨੂੰ, ਬਸ ਸਮਝ ਲਓ ਫਿਰ ਇਤਨੀ ਆਪਣੇ ਅੰਦਰ ਹਉਂ ਆ ਜਾਂਦੀ ਹੈ ਵੀ ਜੇ ਮੈਂ ਨਾ ਹੁੰਦਾ ਤੇਰਾ ਕਾਰਜ ਰਾਸ ਨਹੀਂ ਸੀ ਹੋਣਾ। ਤੀਰਥ ਵਰਤ ਅਰ ਦਾਨ ਕਰ। 1 ਰੁਪਈਆ ਜੇ ਦੇਵੇਗਾ ਤਾਂ ਫਿਰ ਉਹ ਕਹੇਗਾ ਮੈਂ ਤਾਂ ਇਤਨਾ ਦਾਨ ਕਰ ਦਿੱਤਾ। ਦਾਦੇ ਨੇ ਵੀ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਤਰੈ ਗਮਾਨ। ਨਾਨਕ ਨੇ ਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ। ਦਾਦੇ ਨੇ ਵੀ ਜੋਗ ਸੌ ਸਹਿਤ ਕਰਦਾ ਨਾ, ਇਹਦਾ ਸਾਰਾ ਨਿਸਫਲ ਚਲਿਆ ਜਾਂਦਾ। ਹਉਂ ਦਾ ਹੀ ਵਧਿਆ ਹੋਇਆ ਇਹ ਜੀਵ ਜੰਮਦਾ ਮਰਦਾ ਹੈ, ਤਰਜੂਨੀਆਂ ਦੇ ਵਿੱਚ ਜਾਂਦਾ ਹੈ। ਜਿੱਦਣ ਇਹਦੀ ਹਉਂ ਨਸ਼ਟ ਹੋ ਗਈ ਨਾ, ਹਉਂ ਨਸ਼ਟ ਹੋਣੀ ਨਹੀਂ, ਹਉਂ ਇਸ ਦੀ ਸ਼ਬਦ ਨੇ ਫੜਨੀ ਹੈ। ਜਦ ਵਾਹਿਗੁਰੂ ਦਾ ਜੋ ਮੰਤਰ ਹੈ, ਗੁਰ ਸ਼ਬਦ, ਜਦ ਉਸ ਦੇ ਨਾਲ ਇਹ ਬਿਰਤੀ ਜੋੜੇਗਾ ਨਾ, ਉਹ ਸ਼ਬਦ ਦੇ ਵਿੱਚ ਤਾਕਤ ਹੈ। ਇਸ ਦੀ ਹਉਂ ਨੂੰ ਪਤਲੀ ਕਰਨ ਲੱਗ ਜਾਏਗਾ। ਕਰਦਿਆਂ 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 ਹਉਂ ਹੈ ਜਿਹੜੀ, ਇਹਦੀ ਸਾਰੀ ਰਫੂ ਹੋ ਜਾਏਗੀ, ਸ਼ਬਦ ਹੀ ਰਹਿ ਜਾਏਗਾ ਇਕੱਲਾ। ਤਾਂ ਹੀ ਤਾਂ ਇਹ ਜਾਉਂਦਾ ਫਿਰਦਾ ਸਾਧ ਸੰਗਤ, ਹਉਂ ਦਾ ਹੀ ਵਧਿਆ ਜਾਉਂਦਾ ਫਿਰਦਾ। ਹਉਂ ਵਿੱਚ ਆਇਆ। ਗੁਰੂ ਸਾਹਿਬ ਜੀ ਸ੍ਰੀ ਆਸਾ ਦੀ ਵਾਰ ਦੇ ਵਿੱਚ ਦੱਸਦੇ ਨੇ ਸ਼ਲੋਕ 'ਚ, ਹਉਂ ਵਿੱਚ ਆਇਆ, ਹਉਂ ਵਿੱਚ ਗਿਆ, ਹਉਂ ਵਿੱਚ ਜੰਮਿਆ, ਹਉਂ ਵਿੱਚ ਮੂਆ। ਸਾਰਾ ਸ਼ਲੋਕ ਹਉਮੈ ਦਾ ਹੀ ਹੈ। ਇਹਦੀ ਹਉਂ ਜਦ ਨਿਮਿਰਤ ਹੋ ਜਾਏਗੀ, ਫਿਰ ਇਸ ਨੂੰ ਗੁਰੂ ਭਾਵਨਾ ਆਵੇਗੀ। ਪੜੋ ਪ੍ਰੇਮ ਦੇ ਨਾਲ। ਜਮਦਾ ਤੇ ਮਰਦਾ ਹੈ ਹਉਮੈ ਦਾ ਵਧਿਆ ਹੋਇਆ। ਜਮਦਾ ਤੇ ਮਰਦਾ ਹੈ ਹਉਮੈ ਦਾ ਵਧਿਆ ਹੋਇਆ। ਜਮਦਾ ਤੇ ਮਰਦਾ ਹੈ ਹਉਮੈ ਦਾ ਵਧਿਆ ਹੋਇਆ। ਜਮਦਾ ਤੇ ਮਰਦਾ ਹੈ ਹਉਮੈ ਦਾ ਵਧਿਆ ਹੋਇਆ।
ਉੱਥੇ ਹੀ ਸੁਰਤਾਂ ਲੈ ਆਓ। ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਵਾਲੇ ਨੂੰ ਪੁੱਛਦੇ ਨੇ ਵੀ ਤੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀ ਕਰਕੇ ਜਾਤਾ ਸੀ, ਕੀ ਸੁਭਾਵਨਾ ਤੀ ਤੇਰੀ, ਕੀ ਸਮਝਦਾ ਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਬਾਲਾ ਕਹਿਣ ਲੱਗਿਆ, ਮਹਾਰਾਜ ਜੀ ਮੈਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਹਾਤਮਾ ਸਮਝਦਾ ਸੀ, ਪਾਵਨ। ਗੁਰੂ ਅੰਗਦ ਦੇਵ ਮਹਾਰਾਜ ਕਹਿਣਗੇ, ਭਾਈ ਵਾਲਾ ਠੀਕ ਹੈ, ਜਿਹੀ ਜੀ ਭਾਵਨਾ ਉਹ ਜਿਹਾ ਹੀ ਫਲ, ਉਹ ਜਿਹਾ ਹੀ ਬੰਦਾ ਬਣ ਜਾਂਦਾ। ਤੇਰੀ ਭਾਵਨਾ ਮਹਾਂਪੁਰਸ਼ਾਂ ਵਾਲੀ ਸੀ, ਤੂੰ ਮਹਾਂਪੁਰਸ਼ ਬਣ ਗਿਆ। ਫਿਰ ਸਾਰੀ ਸੰਗਤ ਨੇ ਬਾਲੇ ਸਮੇਤ ਅਰਜ਼ ਕਰੀ, ਮਹਾਰਾਜ ਜੀ ਆਪ ਦੱਸੋ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀ ਕਰਕੇ ਜਾਤਾ, ਕੀ ਸਮਝਦੇ, ਕੀ ਤੁਹਾਡੀ ਭਾਵਨਾ ਸੀ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਲੈ ਸੁਣ ਲਓ ਭਾਈ, ਸਾਡੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਇਹ ਭਾਵਨਾ ਤੀ, ਅਸੀਂ ਤਾਂ ਸਾਖਿਆਤ ਪਰਮੇਸ਼ਰ ਸਮਝਦੇ ਸੀ ਉਸਨੂੰ। ਉਹਨਾਂ ਨੂੰ ਪਰਮੇਸ਼ਰ ਭਾਵਨਾ ਰੱਖ ਕੇ ਉਹਨਾਂ ਦੀ ਅਸੀਂ ਸੇਵਾ ਕਰਦੇ ਰਹੇ, ਇਹ ਭਾਵਨਾ ਤੀ ਸਾਡੀ ਤਾਂ। ਸਾਰੀ ਸੰਗਤ ਨੇ ਹੱਥ ਬੰਨ੍ਹ ਕੇ ਕਿਹਾ, ਮਹਾਰਾਜ ਜੀ ਫਿਰ ਆਪ ਗੁਰੂ ਬਣ ਗਏ, ਭਾਵਨਾ ਨੂੰ ਇਹ ਫਲ ਮਿਲਣਾ ਨਾ, ਆਪ ਸਤਿਗੁਰੂ ਬਣ ਗਏ। ਇਉਂ ਸਾਧ ਸੰਗਤ ਗੁਰੂ ਭਾਵਨਾ ਹੋਣੀ ਚਾਹੀਦੀ ਹੈ ਇਸ਼ਟ ਦੇ ਉੱਤੇ। ਜਦ ਭਾਵਨਾ ਹੋਵੇਗੀ ਫੇਰ ਫਲ ਮਿਲੇਗਾ, ਫੇਰ ਇਹ ਲੇਖ ਸਿੱਧੇ ਹੋਣਗੇ। ਆਓ ਹੁਣ ਟਾਈਮ ਹੋ ਗਿਆ, ਆਓ ਗੁਰੂ ਵਾਲੇ ਬਣ ਜਾਓ ਗੁਰਮੁਖੋ। ਜਦ ਗੁਰੂ ਵਾਲਾ ਬਣ ਜਾਏਗਾ ਹੌਲੀ ਹੌਲੀ ਗੁਰੂ ਭਾਵਨਾ ਵੀ ਆ ਜਾਏਗੀ। ਫਿਰ ਜਿਹੜਾ ਗੁਰੂ ਵਾਲਾ ਬਣਿਆ ਹੀ ਨਹੀਂ ਉਹਦੀ ਭਾਵਨਾ ਕੀ ਆਉਣੀ ਹੈ। ਆਓ ਅੰਮ੍ਰਿਤ ਛਕ ਲਓ ਖੰਡੇ ਦਾ, ਸਿੱਖ ਬਣ ਜਾਓ। ਹੌਲੀ ਹੌਲੀ ਇਹ ਭਾਵਨਾ ਆਪੇ ਹੀ ਆ ਜਾਏਗੀ, ਜਾਂ ਸ਼ਰਧਾ ਹੌਲੀ ਹੌਲੀ ਵੱਧਦੀ ਚਲੀ ਜਾਏਗੀ। ਅੰਮ੍ਰਿਤ ਛਕਾਇਆ ਜਾਵੇਗਾ, ਛਕਾਇਆ ਜਾਵੇਗਾ 100 ਸਾਲ। ਜਿਹੜੀਆਂ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਨਾ, ਉਹ ਭਾਈ ਪ੍ਰਗਟ ਹੈ, ਇੱਕ ਇੱਥੇ ਹੋਰ ਪ੍ਰੇਮੀ ਹੈ, ਉਹਨਾਂ ਦੇ ਕੋਲ ਤੁਸੀਂ ਨਾਂ ਲਿਖਾ ਦਿਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ। ਫਿਰ ਇਹ ਤੁਹਾਨੂੰ ਉਸ ਟਾਈਮ ਜਾਣਦੇ ਨੇ ਸਾਰੇ ਟਾਊਨ ਦੇ ਵਿੱਚ, ਜਿਹੜਾ ਕੋਈ ਰਹਿੰਦਾ ਹੁੰਦਾ ਇਹ ਤੁਹਾਨੂੰ ਕਾਰਾਂ ਦੇ ਵਿੱਚ ਉੱਥੇ ਲੈ ਜਾਣਗੇ, ਉੱਥੇ ਅੰਮ੍ਰਿਤ ਛਕਾਇਆ ਜਾਵੇਗਾ। ਆਹ ਹੁਣ ਟਾਈਮ ਹੋ ਗਿਆ, ਆਨੰਦ ਸਾਹਿਬ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਗੁਰੂ ਸਤੋਤਰ, ਉਸ ਤੋਂ ਬਾਅਦ ਅਰਦਾਸ 'ਚ ਜੁੜਾਂਗੇ, ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਦੇਗ ਲੈ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਜਾਣਾ। ਤੁਹਾਡਾ ਸਿਰਫ ਇੱਕ ਦੀਵਾਨ ਰਹਿੰਦਾ ਕੱਲ ਦਾ, ਲਾਭ ਉਠਾ ਲਓ। ਪੜੋ ਪ੍ਰੇਮ ਰਾਮ ਕਲੀ ਮਾਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ
ਨਾਨਕ ਸਾਹਿਬ ਧਨ ਹੈ।
सहाय। वार श्री भगवती जी की पातशाही दसवीं। प्रथम भगवती सिमर कै गुरु नानक लई ध्याए। रंगत गुर ते अमरदास रामदास होए सहाय। अर्जन हरगोबिंद नाम सिमरो श्री हराए। श्री हरकृष्ण ध्याई है जिस डिठिया सब दुख जाए। तेग बहादुर सिमरिया कर नाम निध्यावै धाए। सब थाई होना जी सहाय। दसवें पातशाह श्री गुरु गोबिंद सिंह महाराज मेरी पीरी दे मालक दो जहान वाली सरवंस दानी। अमृत के दाते सब थाई होना जी सहाय। श्लोक महला दूजा। आपे जाने करे आप आपे आने रास। तिसै अगै नानका खले की चरदास। सत श्री अकाल पुरख जी का ध्यान तर खालसा साहिब। बोलो जी सिवाहिगुरू। दसां पातशाहियां जी का पावन ਸਰੂਪ ਹਾਜ਼ਰਾ ਹਜ਼ੂਰ ਦਾਹਰਾ ਜ਼ਹੂਰ ਨਾਮ ਬਾਣੀ ਦੇ ਬੋਹਿਥ ਕਲਯੁਗ ਦੇ ਜਹਾਜ਼। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ। ਪੁੱਠੀਆਂ ਖੱਲਾਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ। ਸਿੱਖੀ ਸਦਕ ਕੇ ਸਾਂਸ ਸਵਾਸਾਂ ਸੰਗ ਨਿਭਾਇਆ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਤੇਰਾ ਸਮੂਹ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਾਹਿਬ। ਬੋਲੋ ਜੀ ਸਿਵਾਹਿਗੁਰੂ। ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾ ਮਤ ਕੀ ਮਤ ਪਤਕਾ ਰਾਖਾ। ਆਪ ਅਕਾਲ ਪੁਰਖ ਵਾਹਿਗੁਰੂ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ। ਸੱਚੇ ਪਾਤਸ਼ਾਹ ਜੀਓ ਸਿੱਖੀ ਸਦਕ ਕੇ ਸਾਂ ਸਵਾਸਾਂ ਸੰਗ ਨਿਭਾਉਣਾ ਹੈ ਕਰਨਾ ਨਿਧਾਨ ਸਤਿਗੁਰੂ ਜੀਓ। ਆਪ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਰਾਤਰੀ ਦੇ ਦੀਵਾਨ ਸਜਾਏ ਹਨ। ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ। ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਿਖਿਆਨ ਕਰਨ ਦਾ ਬਲ ਬਖਸ਼ੋ ਜੀ ਮਿਹਰਬਾਨ। ਗੁਰਬਾਣੀ ਦੁਆਰਾ ਹੋਈਆਂ ਵਿਚਾਰਾਂ ਦਾ ਸਿਧਾਂਤ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ। ਆਈ ਸਰਬੱਤ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ। ਨਾਮਦਾਨ ਸਿੱਖੀ ਦਾਨ ਭਰੋਸਾ ਬਖਸ਼ੋ। ਸੱਚੇ ਪਾਤਸ਼ਾਹ ਜੀਓ ਗੁਰਮੁਖਾਂ ਵੱਲੋਂ ਆਪ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ। ਸਹੀ ਗੁਰੂ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਪਵਿੱਤਰ ਨਾਮ ਅੱਠੇ ਪਹਿਰ ਚਿਤਾਵੇ। ਕਲਾ ਵਾਹਿਗੁਰੂ ਜੀ ਕੀ ਵਰਤੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵੱਧ ਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ
ਮਨ ਮਾਨੇ ਰੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਕਹਿ ਕਬੀਰਾ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੇ ਰੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।